हाँ जी बेटा, नैक्सट जो टॉपिक अपने को हैगा वो हैगा बैंकिंग ऑफ फ्रूट। ठीक है, कल थोड़ा ज्यादा स्टार्ट किया सी की हुंदी बैंकिंग ऑफ फ्रूट एंड वाई डू वी नीड ऑफ बैंकिंग की दस्या सी कल आप इहदे बारे। सर लिफ्टिंग ऑफ रोड होती है ताकि कार्स की स्पीड स्लो हो सके। कार दी स्पीड नु सर मतलब वो स्किड कर जाएगी, जैसे वो अपने टेंजेंट के लॉन्ग जाना चाहेगी ना, तो सर एक साइड से रोड को उठा देते हैं थोड़ा सा, सिर्फ टर्न्स पे कर। उन्हें की एडवांटेज होएगी? कोई और बोलो। सर एडवांटेज ये होगी कि सेंट्रीपिटल फोर्स पूरी हो जाएगी। मानिक द्वारा बोल। सर सेंट्रीपिटल फोर्स का सोर्स मिल जाएगा अच्छे से। बिल्कुल, यानी ਆਪਾਂ ਉਹਦੇ ਚ ਕਿਹਾ ਸੀ ਕਿ ਵੀ ਆਪਾਂ ਇਸ ਤੋਂ ਪਿਛਲੇ ਟੌਪਿਕ ਤੱਕ ਗੱਲ ਕਰ ਰਹੇ ਸੀਗੇ ਕਿ ਵੀ ਮੇਨਲੀ ਡਿਪੈਂਡ ਅਪਨ ਫ੍ਰਿਕਸ਼ਨਲ ਫੋਰਸ। ਠੀਕ ਹੈ, ਫॉर द ਸੈਂਟਰੀਪੀਟਲ ਫੋਰਸ, ਮਤਲਬ ਤੁਹਾਨੂੰ ਸੈਂਟਰੀਪੀਟਲ ਫੋਰਸ ਜਿਹੜੀ ਰਿਕੁਆਇਰਡ ਹੈਗੀ ਆ ਉਹ ਅਸੀਂ ਫ੍ਰਿਕਸ਼ਨ ਤੋਂ ਲੈਂਦੇ ਸੀਗੇ। ਪਰ ਅਸੀਂ ਕਿਹਾ ਸੀ ਕਿ ਜੇ ਫ੍ਰਿਕਸ਼ਨ ਦੇਖੀਏ ਤਾਂ ਰਿਲਾਇਬਲ ਨਹੀਂ ਹੈਗਾ, ਕਿਸੇ ਵੀ ਕਾਜ਼ ਕਰਕੇ ਫ੍ਰਿਕਸ਼ਨਲ ਫੋਰਸ ਜਿਹੜੀ ਉਹ ਰਿਡਿਊਸ ਕਰ ਸਕਦੀ। ਤੇ ਜੇ ਫ੍ਰਿਕਸ਼ਨਲ ਫੋਰਸ ਰਿਡਿਊਸ ਕਰਦੀ ਆ ਤੇ ਚਾਂਸ ਆਫ ਸਕਿਡਿੰਗ ਜਿਹੜਾ ਉਹ ਵੱਧ ਜਾਂਦਾ। ਉਹ ਕਹਿੰਦਾ ਫਿਰ ਅਸੀਂ ਉਹਦਾ ਇੱਕ ਅਲਟਰਨੇਟਿਵ ਮੈਥਡ ਇਹ ਐਸਾ ਚੂਜ਼ ਕੀਤਾ ਸੀ ਕਿ ਰਾਦਰ ਦੈਨ ਵੀ ਡਿਪੈਂਡ ਅਪਨ ਦਾ ਫ੍ਰਿਕਸ਼ਨ, ਠੀਕ ਹੈ, ਵੀ ਮਸਟ ਕੰਸੀਡਰ ਕਹਿੰਦਾ ਜੀ ਸਮ ਅਦਰ ਸੋਰਸ which will provide the necessary centripetal force and one of the method is banking of the road। ਉਹ ਚ ਪਤਾ ਆਪਾਂ ਕੱਲ ਇੰਨੀ ਗੱਲ ਕਰਦੇ ਪਏ ਸੀਗੇ ਕਿ ਜਦੋਂ ਐਸਾ ਤੁਹਾਡੇ ਕੋਲ ਰੋਡ ਦੀ ਬੈਂਕਿੰਗ ਕੀਤੀ ਹੋਏਗੀ, ਬੈਂਕਿੰਗ ਦੇ ਅੰਦਰ ਇਹ ਦੱਸਿਆ ਸੀਗਾ ਕਿ ਵੀ ਜਿਹੜੀ ਐਸਐਚ ਰੋਡ ਦੇ ਇੱਕ ਐਜ ਨੂੰ, ਠੀਕ ਹੈ, ਅਸੀਂ ਉਹਦੇ ਫਲੈਟ ਰੋਡ ਤੋਂ ਹਲਕਾ ਟਿਲਟ ਕੀਤਾ ਹੋਏਗਾ, ਜਿਹਦੇ ਨਾਲ ਅਸੀਂ ਉਹਦੀ ਟਿਲਟਿੰਗ ਇੱਥੇ ਸ਼ੋ ਆਫ ਕਰ ਦਿੰਦੇ ਕਿ ਵੀ ਮੰਨ ਲਓ ਇਹ ਟਿਲਟਿੰਗ ਮੇਰੇ ਕੋਲ ਥੀਟਾ ਐਂਗਲ ਤੇ ਆ, ਇਹਦੇ ਬਿਹਾਫ ਤੇ ਇੱਥੇ ਜਿਹੜਾ ਆਬਜੈਕਟ ਹੈਗਾ, ਵਹੀਕਲ ਨੂੰ ਸਿਰਫ ਇੱਕ ਡਾਟ ਮੈਂ ਇਸ ਵੇਲੇ ਦਿਖਾ ਰਿਹਾ। ਠੀਕ ਆ, ਇਹਦੇ ਤੇ ਜਿਹੜੀ ਡਿਫਰੈਂਟ ਫੋਰਸਸ ਨੇ ਉਹਨਾਂ ਚ ਇੱਕ ਅਸੀਂ ਲਿੱਤਾ ਸੀਗਾ weight ਆਫ ਦਾ, ਕਹਿੰਦਾ ਜੀ ਵਹੀਕਲ, ਇੱਕ ਸਾਡੇ ਕੋਲ ਸੀਗੀ ਨਾਰਮਲ ਰਿਐਕਸ਼ਨ। ठीक है, इस तो अगे ਆਪਾਂ ਫਿਗਰਸ ਕੀ ਕੀਤਾ ਸੀਗਾ सर आर की स्प्लिटिंग की थी और फ्रिक्शनल फोर्स आर की स्प्लिटिंग ਕੀਤੀ ਸੀ, फ्रिक्शनल फोर्स मार्क किया था। ਬਿਲਕੁਲ। ਹੁਣ ਇਥੋਂ ਜੇ ਚੱਲੀਏ ਤਾਂ ਰੋਡ ਔਰ ਟਾਇਰ ਚ ਇੱਕ ਫੋਰਸ ਸੀਗੀ ਵਿਚ ਇਸ ਤੋਂ ਬਿਨਾਂ ਕਹਿੰਦਾ ਜੀ ਫ੍ਰਿਕਸ਼ਨਲ ਫੋਰਸ ਐਫ ਵੀ ਸੀਗੀ। ਠੀਕ ਆ, ਇਹ ਤਿੰਨ ਫੋਰਸਸ ਲੈ ਕੇ ਅਸੀਂ ਇਹ ਕਿਹਾ ਸੀਗਾ ਕਿ ਵੀ ਇੱਥੇ ਜੇ ਐਸ ਸੱਚ ਆ ਲਾਈਨ ਡਰਾ ਕਰ ਲਵਾਂ, ਠੀਕ ਹੈ ਜੀ, ਤੇ ਇਹ ਐਸ ਸੱਚ ਇਸ ਗਰਾਊਂਡ ਵਾਲੀ ਲਾਈਨ ਦੇ ਪੈਰਲਲ ਲਾਈਨ ਡਰਾ ਕਰ ਰਿਹਾ, ਜਿਹਦੇ ਨਾਲ ਐਸ ਸੱਚ ਆ ਲਾਈਨ ਮੇਰੀ ਟ੍ਰਾਂਸਵਰਸਲ ਬਣ ਗਈ। ਠੀਕ ਹੈ, ਤੇ ਇੱਥੇ ਐਂਗਲ ਮੇਰੇ ਕੋਲ ਥੀਟਾ ਆ ਗਿਆ, ਤੇ ਇਸ ਥੀਟਾ ਦੇ ਬਿਹਾਫ ਤੇ ਆਪਾਂ ਐਫ ਨੂੰ ਸਪਲਿਟ ਕਰੀਏ ਤੇ ਇਧਰ ਨੂੰ ਐਫ ਦਾ ਕੰਪੋਨੈਂਟ ਐਫ cos ਥੀਟਾ ਔਰ ਇਸ ਸਾਈਡ ਨੂੰ ਐਫ ਦਾ ਕੰਪੋਨੈਂਟ ਐਫ sin ਥੀਟਾ। क्या इना क्लियर ਆ? यस सर। यस सर। ਦੂਜੇ ਪਾਸੇ ਅਸੀਂ ਕਿਹਾ ਸੀਗਾ ਕਿ ਵੀ ਜੇ ਐਸ ਐਚ ਆ ਲਾਈਨ ਲਈਏ ਤੇ ਆ ਲਾਈਨ ਲਈਏ, ਹਨਾ, ਇਹ ਦੋਨੋਂ ਚੀਜ਼ਾਂ ਆਪਸ ਇੱਕ ਦੂਜੇ ਦੇ ਕੀ ਨੇ ਜੀ, ਫਿਰ ਰਿਪੀਟ ਕਰ ਰਿਹਾ ਪੁੱਤ, ਆ ਜਿਹੜਾ ਇਨਕਲਾਈਨਡ ਸਰਫੇਸ ਬਣਾਉਣੇ ਪਏ ਤੇ ਜਿਹੜੀ ਆ ਨਾਰਮਲ ਰਿਐਕਸ਼ਨ ਆ, ਇਹ ਦੋਨੋਂ ਇੱਕ ਦੂਜੇ ਦੇ ਪਰਪੈਂਡੀਕੂਲਰ ਹੋਣਗੀਆਂ। यस सर। ਤੇ ਜੇ ਆ ਪਰਪੈਂਡੀਕੂਲਰ ਤੇ ਆ ਪੂਰਾ ਐਂਗਲ ਮੇਰਾ 90 ਦਾ ਵਾ, ਆ ਪੂਰਾ ਐਂਗਲ ਮੇਰਾ 90, ਉਹਦੇ ਵਿੱਚੋਂ ਜੇ ਇੰਨਾ ਥੀਟਾ ਨਿਕਲ ਗਿਆ ਤੇ ਆ ਉੱਪਰਲੇ ਪਾਸੇ ਐਂਗਲ ਜਿਹੜਾ ਆ ਇੰਨਾ ਹੋਏਗਾ, ਇਹ 90 ਮਾਈਨਸ ਥੀਟਾ ਆ ਜੂ। यस सर। यस सर। ਦੂਜੇ ਪਾਸੇ ਆਪਾਂ ਕਿਹਾ ਸੀ ਇੱਕ ਅਸੀਂ ਇੱਥੇ ਐਸਐਚ ਲਾਈਨ ਡਰਾ ਕਰਦੇ ਪਏ, ਠੀਕ ਹੈ, ਜਿਹੜੀ ਇਸ ਲਾਈਨ ਦੇ ਪਰਪੈਂਡੀਕੂਲਰ ਆ, ਯਾਨੀ ਆ ਲਾਈਨ ਆਪਸ ਦੇ ਵਿੱਚ ਇੱਕ ਦੂਜੇ ਦੇ ਪਰਪੈਂਡੀਕੂਲਰ ਆ, ਤੇ ਜੇ ਆ ਦੋ ਲਾਈਨਸ ਮੇਰੀਆਂ ਪਰਪੈਂਡੀਕੂਲਰ ਨੇ, ਉਹਦੇ ਵਿੱਚੋਂ ਇੰਨਾ ਐਂਗਲ 90 ਮਾਈਨਸ ਥੀਟਾ ਨਿਕਲਦਾ ਪਿਆ, ਤੇ ਇਸ ਜਗ੍ਹਾ ਤੇ ਮੇਰੇ ਕੋਲ ਜਿਹੜਾ ਐਂਗਲ ਆ ਉਹ ਥੀਟਾ ਡਿਫਾਈਨਡ ਹੋ ਜੂ। यस सर। ਠੀਕ ਆ, ਤੇ r ਨੂੰ ਸਪਲਿਟ ਕਰ ਦਿਓ ਤੇ r ਦਾ ਇਸ ਡਾਇਰੈਕਸ਼ਨ ਚ ਕੰਪੋਨੈਂਟ ਸੀਗਾ r cos ਥੀਟਾ ਔਰ r ਦਾ ਇਸੇ ਡਾਇਰੈਕਸ਼ਨ ਦੇ ਅੰਦਰ ਜਿਹੜਾ ਕੰਪੋਨੈਂਟ ਆ ਗਿਆ ਇਸੇ ਲਾਈਨ ਦੇ ਅਲੋਂਗ r ਦਾ ਕੰਪੋਨੈਂਟ ਜਿਹੜਾ ਉਹ r sin ਥੀਟਾ ਆ ਜਾਏਗਾ। यस सर। ਫਿਗਰ ਆਪਣੀ ਕੰਪਲੀਟ ਆ, ਜਿਹੜੇ ਆਪਾਂ ਫੋਰਸਸ ਸ਼ੋ ਕਰਨੇ ਉਹ ਕੰਪਲੀਟ ਆ। ਕਿ ਇੰਨਾ ਫਿਗਰ ਦਾ ਪੋਰਸ਼ਨ ਸਾਰਾ ਕਲੀਅਰ ਆ?
Yes, sir. yes sir, Yes, sir. Yes, sir. ਚਲ ਹੁਣ ਇਸ ਤੋਂ ਬਾਅਦ ਆਪਾਂ ਇਹਦਾ ਐਸਐਚ ਵੈਲੋਸਿਟੀ ਕੱਢਣੀ ਆ ਵਹੀਕਲ ਦੀ ਅੰਦਰ ਬੈਂਕਡ ਰੂਟ। ਉਹਦੇ ਲਈ ਕੀ ਕਰਾਂਗੇ, ਜਿਹੜੀਆਂ ਡਿਫਰੈਂਟ ਇਕੁਏਸ਼ਨਸ ਬਣਦੀਆਂ ਉਹ ਆਪਣੇ ਕੋਲ ਕਿਹੜੀਆਂ ਕਿਹੜੀਆਂ ਇਸ ਵੇਲੇ ਜੇ ਆਪਾਂ ਲੈ ਕੇ ਚੱਲੀਏ ਤੇ r cos ਥੀਟਾ ਦੇ ਆਪੋਜ਼ਿਟ ਦੋ ਫੋਰਸਸ ਨੇ mg ਤੇ f sin ਥੀਟਾ। ਜੇ ਵਹੀਕਲ ਮੇਰਾ ਉੱਪਰ ਜਾਂ ਥੱਲੇ ਨੂੰ ਕਿਸੇ ਪਾਸੇ ਨੂੰ ਨਹੀਂ ਐਸਐਚ ਜਾਂਦਾ ਪਿਆ ਤੇ ਇਹਦਾ ਮਤਲਬ r cos ਥੀਟਾ ਇਹਨਾਂ ਦੋਨਾਂ ਦੀ ਸਮ ਟੋਟਲ ਦੇ ਇਕੁਅਲ ਆ ਜਾਏਗਾ। ठीक है, therefore ये तो लिख के चलिए कि r cos थीटा इक्वल टू mg प्लस f sin थीटा, ये मेरी फर्स्ट इक्वेशन आ जाएगी। ठीक है, इन द सिमिलर वे दूसरे पासे आ जाओ, जेडी r sin थीटा ते f cos थीटा वा है ना, ये दोनों किधर नु लाई कर दियां towards the center, टुवर्ड्स द सेंटर। तो जेडी फोर्स टुवर्ड्स द सेंटर होवे वो सेंट्रीपिटल फोर्स बनूगी। yes sir, Yes, sir. ਇਹਦਾ ਮਤਲਬ ਆਪਣੇ ਕੀ ਹੋ ਗਿਆ ਆਲਸੋ, ਜੇ ਆਪਾਂ ਇੱਥੇ ਲੈ ਕੇ ਚੱਲੀਏ ਤੇ ਆਪਣੇ ਕੋਲ ਆ ਗਿਆ ਜੀ r sin ਥੀਟਾ ਪਲੱਸ f cos ਥੀਟਾ। ਇਹ ਦੋਨੋਂ ਚੀਜ਼ਾਂ ਮਿਲ ਕੇ ਮੇਰੇ ਕੋਲ ਸੈਂਟਰੀਪੀਟਲ ਫੋਰਸ fc ਔਰ ਸੈਂਟਰੀਪੀਟਲ ਫੋਰਸ ਦੀ ਵੈਲਿਊ ਆ ਗਈ mv ਸਕੁਅਰ ਬਾਈ r। ਕਲੀਅਰ ਹੈ ਨਿਕਲ ਸੈਕਿੰਡ ਇਕੁਏਸ਼ਨ। yes sir, Yes, sir. ਹੁਣ ਦੋਨਾਂ ਇਕੁਏਸ਼ਨ ਦੇ ਅੰਦਰ ਆਪਾਂ ਕਿਉਂਕਿ ਐਸ ਸੱਚ ਫੋਰਸ ਆਫ ਫ੍ਰਿਕਸ਼ਨ ਵੀ ਇਨਵੋਲਵ ਕੀਤੀ ਤੇ ਜਿੱਥੇ ਫੋਰਸ ਆਫ ਫ੍ਰਿਕਸ਼ਨ ਉਹ ਮਿਊ ਦੀ ਫਾਰਮ ਚ ਆ ਜਾਂਦੀ। ਹੁਣ ਇੱਥੇ ਅਗਲਾ ਸਟੈਪ ਆ ਗਿਆ, ਵੀ ਨੋ ਦੈਟ f ਨੂੰ ਰਿਪਲੇਸ ਕਰ ਦੋ ਮਿਊ ਦੇ ਨਾਲ, f ਇਕੁਅਲ ਟੂ ਮਿਊ r ਔਰ ਆਪਾਂ r ਨੂੰ ਕੀ ਭਰ ਦਿੱਤਾ ਹੁੰਦਾ ਕਿਉਂ mg. r ਦੀ ਵੈਲਿਊ ਕੀ ਫਿਲ ਕਰੀ ਦੀ ਆ sir mg, mg। ਇਸ ਵੇਲੇ ਨਾ ਤੇ r mg ਦੇ ਬਰਾਬਰ ਆ, ਇਹ ਦਿਮਾਗ 'ਚ ਰੱਖਿਓ ਕਿਉਂਕਿ ਅੱਗੇ ਅਸੀਂ mg ਨੂੰ ਸਪਲਿਟ ਕੀਤਾ ਹੁੰਦਾ ਇਸ ਸਾਈਡ ਨੂੰ mg cos ਲੈ ਕੇ ਤੇ r ਦੇ ਨਾਲ mg cos ਥੀਟਾ ਬੈਲੈਂਸ ਹੁੰਦਾ। ਹੌਰੀਜ਼ੌਂਟਲ ਸਰਫੇਸ ਹੋਵੇ ਤੇ r mg ਨਾਲ ਬੈਲੈਂਸ ਹੁੰਦਾ। ਠੀਕ ਹੈ, ਇਸ ਵੇਲੇ ਨਾ ਤਾਂ r ਜਿਹੜਾ mg ਨਾਲ ਤੇ ਨਾ r ਜਿਹੜਾ ਹੈ ਨਾ ਉਹ mg cos ਥੀਟਾ ਕਿਸੇ ਨਾਲ ਬੈਲੈਂਸ ਹੈਗਾ। ਗੱਲ ਸਮਝ ਲੱਗੀ ਜੋ ਬੋਲਿਆ ਮੈਂ? yes sir, Yes, sir. ਇਹ ਧਿਆਨ ਰੱਖਿਓ, ਨਾਰਮਲੀ ਇੱਥੇ ਗਲਤੀ ਹੋਣ ਦੇ ਚਾਂਸਸ ਹੁੰਦੇ ਆ, r ਦੀ ਥਾਂ ਤੇ mg mg cos ਥੀਟਾ ਕੁਝ ਨਹੀਂ ਆਣਾ ਕਿਉਂਕਿ ਇਸ ਵੇਲੇ r ਦੇ ਅਗੇਂਸਟ ਇਧਰ ਕੁਝ ਨਹੀਂ ਹੈਗਾ ਆਪਣੇ ਕੋਲ। ਠੀਕ ਹੈ, ਇਦਾਂ ਦੇ ਇਦਾਂ f ਦੀ ਵੈਲਿਊ μ r ਦੋਨਾਂ ਇਕੁਏਸ਼ਨ ਚ ਭਰ ਦਿਓ। देयरफॉर अपने को इक्वेशन बन गई r cos थीटा इक्वल टू mg प्लस म्यू r sin थीटा और ਇਹਦੇ ਵਿੱਚੋਂ r ਕਾਮਨ ਕੱਢ ਕੇ ਠੀਕ ਹੈ ਜੀ ਇਕੁਏਸ਼ਨ ਬਣਾ ਦੋ cos थीटा minus mu sin थीटा equal to mg। ठीक है, और इदां ही इस इक्वेशन ਦੇ ਵਿੱਚੋਂ ਵੀ ਇੱਥੇ ਜੇ f ਦੀ ਥਾਂ ਤੇ mu r ਭਰੂੰਗਾ ਤੇ r ਇੱਥੋਂ ਵੀ ਕਾਮਨ ਕੱਢ ਲਓ। r ਕਾਮਨ ਕੱਢ ਲਓ, ਇੱਥੇ ਆ ਗਿਆ ਜੀ sin थीटा प्लस ਇੱਥੇ mu r ਸੀ r ਬਾਹਰ ਨਿਕਲ ਗਿਆ, ਇੱਥੇ ਆ ਗਿਆ mu cos थीटा equal to mv square by r। क्लियर है निकल? Yes, yes sir. sir, ਚਲੋ ਇਕੁਏਸ਼ਨ ਨੰਬਰ ਇੱਥੇ ਦਿੰਨੇ ਆਪਾਂ ਇਹਨਾਂ ਨੂੰ, ਉੱਪਰ ਲੋਡ ਹੀ ਨਹੀਂ ਪੈਣੀ ਆਪਾਂ ਨੂੰ। ਹਾਂਜੀ, ਹੁਣ ਆਪਾਂ ਲੱਭਣਾ ਇਹਦੇ ਵਿੱਚ ਜਿਹੜੀ ਵੈਲੋਸਿਟੀ ਆ ਤੇ ਵੈਲੋਸਿਟੀ ਕੈਲਕੂਲੇਟ ਕਰਨ ਵਾਸਤੇ ਇੱਧਰ ਆ ਸਾਈਡ ਨੂੰ ਜੇ ਡਿਵਾਈਡ ਕਰਨਾ ਸ਼ੁਰੂ ਕਰਾਂ ਠੀਕ ਹੈ ਤੇ ਆਪਣੇ ਕੋਲ ਆ ਜਾਏਗਾ ਡਿਵਾਈਡ 2/1। ਇਹਨਾਂ ਨੂੰ ਕਰੋ ਡਿਵਾਈਡ ਤੇ ਆਪਣੀ ਵੈਲਿਊ ਬਣਾਓ ਕੀ ਬਣਦੀ ਪਈ। ਜਦੋਂ ਡਿਵਾਈਡ ਕਰਾਂਗਾ ਠੀਕ ਹੈ ਤੇ ਆਪਣੇ ਕੋਲ ਆ ਗਿਆ r ਨਾਲ r कैंसिल हो जाना, इधर आ जाएगा जी sin थीटा प्लस म्यू cos थीटा ओवर आ गया। चितन्या माइक ऑफ कर अपना। ओवर आ गया cos थीटा माइनस म्यू sin थीटा इक्वल टू इधर डिवाइड कर लो, m ना m कैंसिल हो जाना ते अपने को आ गया b स्क्वायर ओवर rg। क्या इना क्लियर? Yes, sir. yes sir, Yes, sir. ਹੁਣ ਵੈਲੋਸਿਟੀ ਕੱਢਣੀ ਆ rg ਇੱਧਰ ਲੈ ਜਾਾਂਗੇ ਤੇ ਸਿਰਫ ਇੱਕ ਕੰਮ ਹੋਰ ਇਹ ਕਰਨ ਲੱਗੇ ਕਿ ਵੀ ਪੁੱਤ ਇਹ ਮਲਟੀਪਲ ਐਂਗਲ ਦੀ ਫਾਰਮ ਚ ਆ ਰਿਹਾ sin cos ਹੈ ਨਾ, ਇਹਨੂੰ ਸਿੰਗਲ ਐਂਗਲ ਦੀ ਫਾਰਮ ਚ ਕਨਵਰਟ ਕਰਨ ਲਈ ਇਹਨੂੰ ਐਸ ਸੱਚ ਅਸੀਂ cos ਥੀਟਾ ਨਾਲ ਨਿਊਮੀਨੇਟਰ ਤੇ ਡਿਨੋਮੀਨੇਟਰ ਨੂੰ ਡਿਵਾਈਡ ਕਰ ਦਿਓ। ਠੀਕ ਹੈ, ਤੇ ਆਪਣੇ ਕੋਲ ਆ ਗਿਆ
नेक्स्ट लाइन च लिखिए ते अपने को आ गया sin थीटा प्लस म्यू cos थीटा ओवर cos थीटा ओवर आ गया cos थीटा माइनस म्यू sin थीटा ओवर cos थीटा। क्लियर इन स्टेप? Yes, sir. ठीक है। ते जे हुण इस टर्म नु बनाइए ते आ sin by cos tan हो गया, cos by cos 1 बन जाना, ਇਹਦੇ नीचे एडजस्ट कर लो ते अपने कोल इक्वेशन बन जानी ना sin by cos tan थीटा प्लस cos by cos, ये तो 1 निकल गया, कल्ला म्यू रह गया, ओवर आ गया cos by cos 1 माइनस sin by cos tan 1 माइनस म्यू tan थीटा ते नाल ही rg भी इस साइड आके मल्टीप्लाई करा दियो, इक्वल टू आ गया जी v स्क्वायर। ठीक है, देयरफॉर अपने को वेलोसिटी का फार्मूला आ गया अंडर रूट ऑफ rg इनटू म्यू प्लस tan थीटा ओवर 1 माइनस म्यू tan थीटा। आ थोड़े को वेलोसिटी ऑफ द व्हीकल आ जाएगी ऑन ए बैंक्ड रोड विद फ्रिक्शन। जे तो इथे देखो ते दो चीज़ां ते मेन डिपेंडेंस आ, जे पिछले टॉपिक दा रिजल्ट लईए ਉਹ ਚ ਆਪਣੀ ਵੈਲੋਸਿਟੀ ਦਾ ਫਾਰਮੂਲਾ ਜਿਹੜਾ ਆਂਦਾ ਸੀ ਉਹ ਸੀਗਾ ਰੂਟ ਮਿਊ ਆਰਜੀ, ਇਹ ਚ ਮਿਊ ਆਰਜੀ ਸਾਰਾ ਕੁਝ ਹੈਗਾ, ਉਹਦੇ ਐਡੀਸ਼ਨਲ tan ਥੀਟਾ ਨਾਲ ਚੱਲ ਪਿਆ। ਇਹਦਾ ਮਤਲਬ ਹੈ ਰੋਡ ਦੀ ਬੈਂਕਿੰਗ ਕਿੰਨੀ ਕਰਾਂਗੇ, ਠੀਕ ਹੈ ਜੀ, ਉਹ ਐਂਗਲ ਮੈਟਰ ਕਰੇਗਾ। ਦੂਜਾ ਆਪਾਂ ਫ੍ਰਿਕਸ਼ਨ ਵੀ ਕੰਸੀਡਰ ਕੀਤੀ ਹੋਈ ਹੈ, ਯਾਨੀ ਆਪਾਂ ਐਸਐਚ ਇਹਦੇ ਵਿੱਚ ਜਿਹੜਾ ਕੇਸ ਬਣਾਇਆ ਵਾ ਫਿਗਰ ਦੇ ਅਕੋਰਡਿੰਗਲੀ ਉਹ ਚ ਦੋ ਚੀਜ਼ਾਂ ਕੰਸੀਡਰ ਕੀਤੀਆਂ, ਰੋਡ ਦੀ ਬੈਂਕਿੰਗ ਵੀ ਕੀਤੀ ਤੇ रोड और टायर च फ्रिक्शनल फोर्स भी लीती। मतलब आप वाले पासे नु ਅਸੀਂ सेंट्रीपिटल फोर्स वास्ते दो फोर्सेस कंसीडर कीते हैं कि फ्रिक्शन भी अपने आप च मेरे को सेंट्रीपिटल फोर्स ਦਾ सोर्स बनदी पई ਤੇ r sin थीटा रोड ਦੀ ਬੈਂਕਿੰਗ ਕਰਕੇ ਆਇਆ ਸੀ। ਇਹਨਾਂ रोड ਦੀ ਬੈਂਕਿੰਗ ਤੋਂ ਵੀ ਤੇ फ्रिक्शनल फोर्स ਦੋਨਾਂ ਤੋਂ ਮੈਨੂੰ ਐਸ ਸੱਚ सेंट्रीपिटल फोर्स ਜਿਹੜੀ ਉਹ ਮਿਲਦੀ ਪਈ ਹੈ। क्या ਇੰਨੀ ਗੱਲ ਕਲੀਅਰ ਆ? yes sir yes sir ਇਹਦਾ ਮਤਲਬ ਇਹ ਹੋ ਗਿਆ ਕਿ ਵੀ ਤੁਹਾਡੇ ਕੋਲ ਇਹ ਜਿਹੜਾ ਕੇਸ ਬਣਿਆ ਇਹ ਬੈਂਕਡ ਰੋਡ ਅਲੋਂਗ ਵਿਦ ਫ੍ਰਿਕਸ਼ਨ, ਇਹਦੇ ਵਿੱਚ ਅੱਗੇ ਆਪਾਂ ਸਬ ਕੇਸ ਬਣਾ ਦਿੰਨੇ। ਠੀਕ ਹੈ, ਉਹਦੇ ਵਿੱਚੋਂ ਇੱਕ ਸਬ ਕੇਸ ਇਹ ਲੈ ਲੈਨੇ ਆ। ਠੀਕ ਹੈ, ਸਪੈਸ਼ਲ ਕੇਸ ਆ ਜਾਊਗਾ। स्पेशल केस फर्स्ट केस ले लो, इफ म्यू इक्वल टू 0, म्यू इक्वल टू 0 ये रहेगा कि भी रोड और टायर च ਅਸੀਂ फ्रिक्शनल फोर्स नहीं गिनदे पे। ठीक है, कि भी फ्रिक्शन सेंट्रीपिटल फोर्स नहीं दे रही, सिर्फ ਅਸੀਂ ਜਿਹੜੀ सेंट्रीपिटल फोर्स ਲੈਣੀ ਆ ਉਹ ਰੋਡ ਦੀ ਬੈਂਕਿੰਗ ਤੋਂ ਲੈਣੀ ਤੇ ਉਦੋਂ ਆਪਾਂ ਜੇ ਆਪਣਾ ਫਾਰਮੂਲਾ ਬਣਾਈਏ ਤੇ ਆਪਣੇ ਕੋਲ ਇੱਥੇ म्यू 0 ਔਰ ਦੂਜਾ ਇੱਥੇ 0 ਤੇ ਆਪਣੀ ਟਰਮ v ਇਕੁਅਲ ਟੂ ਰੂਟ rg ਇਨਟੂ tan ਥੀਟਾ ओवर 1 माइनस म्यू 0 आ गया, यानी ओवर 1 ही रह गया। इसका मतलब इफ म्यू इक्वल टू 0 तो देयरफॉर v का फार्मूला रह जाएगा रूट rg tan थीटा। देयरफॉर ये तो tan थीटा काट के रखना होवे ते ओदा फार्मूला आ गया v स्क्वायर बाय rg। क्या इना क्लियर है? yes sir बाकियां नु क्लियर है? yes sir yes sir चल सो अपने कोल बैंकिंग ऑफ रोड दे अकॉर्डिंगली जे कल्ली आपा बैंकिंग रोड ते चलना बेटा, फिर अपने कोल बैंक रोड दे उत्ते जेडी वेलोसिटी आ ओ रूट rg tan थीटा होएगी। जे बैंक्ड रोड दे उत्ते नाल फ्रिक्शन भी हैगी आ फिर मेरे कोल एसएच आ वाला फार्मूला ते दूजा एक तो ही आपा ये भी बना सकदे कि जे रोड दी बैंकिंग ना होवे सिर्फ फ्रिक्शन इन्वॉल्वड होवे। ठीक है, ये मेरा फर्स्ट केस बनया। सेकंड केस इधर रिवर्स कर दो, इफ थीटा इक्वल टू 0, थीटा अपने को एंगल केड़ा सेगा जेड़ा अपने को एसएच हॉरिजॉन्टल सरफेस दे नाल ਤੁਹਾਡੇ ਕੋਲ ਜਿਹੜੀ ਰੋਡ ਨੂੰ ਅਸੀਂ ਟਿਲਟ ਕੀਤਾ ਉਹਨੇ ਜਿਹੜਾ ਐਂਗਲ ਬਣਾਇਆ ਤੇ ਜੇ ਇਹ ਐਂਗਲ ਨਾ ਹੋਵੇ ਤੇ ਰੋਡ ਲੈਵਲ ਰੋਡ ਰਹਿ ਜੂ? No, sir. yes sir ਤੇ ਲੈਵਲ ਰੋਡ ਤੇ ਆਪਾਂ ਵੈਲੋਸਿਟੀ ਦੀ ਵੈਲਿਊ ਕੱਢੀ ਹੋਈ ਆ ਬੇਟਾ, ਉਹੀ ਸੇਮ ਵੈਲਿਊ ਆਪਣੀ ਇੱਥੋਂ ਵੀ ਬਣ ਜਾਂਦੀ कि जे ਆਪਾਂ एसएच थीटा नु 0 करिए तो थीटा 0 tan 0 0 हो गया, इधर भी 0 हो गया। इमल मेरे को फार्मूला रह गया v इक्वल टू रूट ऑफ rg इनटू कहना जी म्यू, यानी इस केस के अंदर अपने को जेडी वेलोसिटी आ
वो रूट म्यू आर जी आ जाएगी और ये सेम वही फॉर्मूला ਜਿਹੜਾ ਆਪਾਂ ਲੈਵਲ ਰੋਡ ਦੇ ਉੱਤੇ ਕੱਢਿਆ ਹੋਇਆ ਯਾਨੀ ਲੈਵਲ ਕਰਵਡ ਰੋਡ ਦਾ ਫਾਰਮੂਲਾ ਠੀਕ ਹੈ ਉਹ ਵੀ ਤੁਹਾਡੇ ਕੋਲ ਇੱਥੋਂ ਬਣ ਜਾਂਦਾ ਤੇ ਜੇ ਕੱਲੀ ਰੋਡ ਦੀ ਬੈਂਕਿੰਗ ਕੀਤੀ ਫ੍ਰਿਕਸ਼ਨ ਨਹੀਂ ਉਹ ਵੀ ਇੱਥੋਂ ਬਣ ਜਾਣਾ ਜੇ ਬੈਂਕਿੰਗ ਵੀ ਕੀਤੀ ਹੈ ਤੇ ਆਪਣੇ ਕੋਲ ਫ੍ਰਿਕਸ਼ਨ ਵੀ ਇਨਵੋਲਵਡ ਹੈ ਫਿਰ ਮੇਰੇ ਕੋਲ ਇਹ ਵਾਲਾ ਫਾਰਮੂਲਾ ਆ ਜਾਊ क्या ये तीनों के तीनों केस क्लियर है बच्चे सारे नु yes sir Yes, sir. चलो ਇਹਦੇ ਵਿੱਚ ਹੀ ਇਹਦੇ ਨਾਲ ਨੂਮੈਰੀਕਲ ਵਾਸਤੇ ਇੱਕ ਫਾਰਮੂਲਾ ਹੋਰ ਐਡ ਕਰਦੇ ਪਏ ਠੀਕ ਹੈ tan ਥੀਟਾ ਦਾ ਫਾਰਮੂਲਾ ਜੇ ਮੈਂ ਇਸ ਫਿਗਰ ਚੋਂ ਲੈਣਾ ਹੋਵੇ ਇੱਥੇ ਇੱਕ ਪਰਪੈਂਡੀਕੂਲਰ ਡਰਾ ਕਰ ਰਿਹਾ ਤੇ ਜੇ ਆਪਾਂ ਐਸਐਚ ਇਹ ਲੈ ਕੇ ਚੱਲੀਏ ਕਿ ਜਿਹੜੀ ਰੋਡ ਤੇ ਆਪਾਂ ਮੂਵ ਕਰਦੇ ਪਏ ਉਸ ਰੋਡ ਦੀ ਮੈਨੂੰ ਵਿਡਥ ਪਤਾ ਹੋਵੇ ਤੇ ਇਹਨੂੰ ਮੈਂ ਐਸਐਚ ਬੈਂਕਿੰਗ ਕਿੰਨੀ ਕੀਤੀ ਆ ਇਹ ਪਤਾ ਹੋ मतलब फ्लैट रोड तो इन मैं जो टिल्ट किया ते टिल्टेड रोड दी एसएच फ्लैट रोड तो कितनी हाइट बढ़ी मीन आ साइड मेरी जे एच आ जाए ठीक है आ साइड में कोई एच आ जाए ते रोड दी विड्थ जेडी आ एक सेकंड हाँ जी जे मैनू रोड दी विड्थ दिती होवे ਤੇ ਦੂਜਾ ਰੋਡ ਦੀ ਬੈਂਕਡ ਰੋਡ ਦੀ ਗਰਾਊਂਡ ਲੈਵਲ ਤੋਂ ਹਾਈਟ ਦੱਸੀ ਹੋਵੇ ਬੇਟਾ ਤੇ ਉਦੋਂ ਅਸੀਂ tan ਥੀਟਾ ਦਾ ਇੱਕ ਫਾਰਮੂਲਾ ਹੋਰ ਲੈ ਲਾਂਗੇ ਜਿਹੜੀ ਰੋਡ ਗਿਵਨ ਆ ਹਨਾ ਆਪਣੇ ਕੋਲ ਆ ਚੀਜ਼ ਤੇ ਅਜਲ ਕੇ ਬਤੋ ਆਪਾਂ ਇਹ ਦੱਸਿਆ ਸੀ ਕਿ ਵੀ ਰੋਡ ਇਸ ਵੇ ਨਾਲ ਟਿਲਟਡ ਆ ਯਾਨੀ ਆ ਸਾਈਡ ਜੋ ਬਣਾਉਣੇ ਪਏ ਇਹ ਰੋਡ ਦੀ ਵਿਡਥ ਡਿਫਾਈਨ ਕਰੇਗਾ ਇਹਦਾ ਮਤਲਬ ਜੇ ਇਧਰਲੀ ਸਾਈਡ ਨੂੰ ਅਸੀਂ b ਡਿਫਾਈਨ ਕਰ ਦਈਏ ਜੇ ਆ ਰੋਡ ਦੀ ਵਿਡਥ ਮੇਰੇ ਕੋਲ b ਆ ਜੇ ਤੇ ਗਰਾਊਂਡ ਲੈਵਲ ਤੋਂ ਇਹਨੂੰ ਟਿਲਟ ਜਿਹੜਾ ਕੀਤਾ ਉਹ h ਮੀਟਰ ਕੀਤਾ ਹੋਵੇ ਤੇ ਫਿਰ ਆ ਸਾਈਡ ਦੀ ਵੈਲਿਊ ਆਪਾਂ ਜੇ ਐਸਐਚ ਬਣਾਣੀ ਹੋਵੇ ਤੇ ਪਾਈਥਾਗੋਰਸ ਲਾ ਕੇ ਇਹਨਾਂ ਦੋ ਵੇਰੀਏਬਲ ਦੇ ਨਾਲ ਆ ਸਾਈਡ ਨਿਕਲ ਆਏਗੀ Yes, sir. ਤੇ ਆ ਸਾਈਡ ਦੀ ਆਪਣੀ ਵੈਲਿਊ ਬਣ ਜਾਣੀ ਰੂਟ ਆਫ b² ਮਾਈਨਸ h²। ਇੱਥੋਂ ਜੇ ਹੁਣ ਆਪਾਂ tan ਥੀਟਾ ਕੱਢ ਲਈਏ ठीक है इसे पार्ट के अंदर इनको कंप्लीट करांगा जे एक तो tan थीटा पर काट दिए ठीक है ते अपने को tan थीटा आ जाएगा आल्सो tan थीटा की वैल्यू आ जानी परपेंडिकुलर ओवर बेस ठीक है ते परपेंडिकुलर ओवर बेस इथों कंप्लीट करिए ते h ओवर रूट ऑफ b² माइनस h² आ जाएगा ठीक है ते इथे जे हुन आ दोनों tan थीटा दे फार्मूले इक्वेट कर दिए ते देयरफॉर अपने कोल फार्मूला b² rg इक्वल टू h ओवर अंडर रूट ऑफ b² माइनस h² आ जाएगा क्लियर है निकल yes Yes, sir sir. Yes, sir. चल ਇਹਦੇ ਵਿੱਚ ਵੀ ਹਜੇ ਅੱਗੇ ਇੱਕ ਕੇਸ ਕਰਨ ਲੱਗੇ ਆਪਾਂ ਜਿਹੜਾ h ਵਾ ਉਹ ਆਪਾਂ ਕੀ ਮੰਨਿਆ तो ठीक है एक बार रिपीट कर दो h वेरिएबल किधर लिए डिफाइन किया हाइट किस चीज हाइट ऑफ दैट बैंकिंग बिल्कुल ਜਿਹੜੀ ਆ ਰੋਡ ਸੀਗੀ ਇਹਨੂੰ ਅਸੀਂ ਕਿੰਨਾ ਟਿਲਟ ਕੀਤਾ ਆ ਮੇਰੀ ਹਾਈਟ ਹੋਗੀ ਨਾ ਉਹ ਕਹਿੰਦਾ ਜੇ ਮੈਂ ਐਸਐਚ ਰੋਡ ਦੀ ਵਿਡਥ ਕਵਾਂ ਰੋਡ ਮੰਨ ਲਓ ਮੇਰੀ ਜਿਹੜੀ ਹੈ 100 ਫੁੱਟ ਹੋਵੇ ਚੌੜੀ ਤੇ ਜਿਹੜੀ ਹਾਈਟ ਆਪਾਂ ਰੇਜ਼ ਕੀਤੀ ਹੋਏਗੀ ਕਿਆ ਇਹ ਮੇਰੇ ਕੋਲ ਐਸਐਚ ਬਹੁਤ ਜ਼ਿਆਦਾ ਇੰਨੀ ਹਾਈਟ ਦਿੱਤੀ ਹੋਊਗੀ ਅਸੀਂ No, sir. नो सर ਹੈਨਾ ਉਹ ਕਹਿੰਦਾ ਹਾਈਟ ਜਿਹੜੀ ਰੋਡ ਨੂੰ ਅਸੀਂ ਇਨਕਲਾਈਨਡ ਕਰਨਾ ਵਾ ਉਹ ਤੇ ਮੇਰੇ ਕੋਲ ਐਸਐਚ ਮਿਲੀਮੀਟਰ ਚ ਵੀ ਨਹੀਂ ਹੋਣੀ यानी इस h ਦੀ ਵੈਲਿਊ ਇਸ b ਦੇ ਕੰਪੈਰੀਟਿਵਲੀ ਬਹੁਤ ਸਮਾਲਰ ਹੋਏਗੀ यानी ਆਪਾਂ ਜੇ ਚ ਕੰਡੀਸ਼ਨ ਲਗਾ ਦਈਏ if h is very much lesser than b ਠੀਕ ਹੈ ਤਾਂ then ਇਸ b² ਦੇ ਕੰਪੈਰੀਟਿਵਲੀ ਇਸ h² ਨੂੰ ਆਪਾਂ ਨੈਗਲੈਕਟ ਕਰ ਸਕਦੇ yes sir यस सर Yes, sir. ਸੋ ਇੱਥੇ ਆ ਜਾਏਗਾ then neglect h² with respect to d²। therefore अपने को tan थीटा ਦਾ ਜਿਹੜਾ ਇਥੋਂ velocity ਲਈ ਫਾਰਮੂਲਾ ਵਾ ਉਹ ਰਹਿ ਜਾਏਗਾ v² rg equal to h over ਇੱਥੇ root b² ਦਾ root ਜਿਹੜਾ ਸਕੁਅਰ ਨਾਲ ਕੈਨਸਲ ਹੋ ਜਾਣਾ equal to h over b ਆ ਜਾਏਗਾ ਯਾਨੀ ਆ ਇੱਕ ਨੂਮੈਰੀਕਲ ਕਰਨ ਵਾਸਤੇ ਆਪਣੇ ਕੋਲ ਫਾਰਮੂਲਾ ਹੋਰ ਆ ਜਾਏਗਾ ਕਲੀਅਰ ਹੈ ਨੀ ਗੱਲ yes sir ਇੱਕ ਵਾਰੀ ਪੂਰੇ ਟੌਪਿਕ ਨੂੰ ठीक है जी फिगर ਨੂੰ ਨਿਗਾ ਮਾਰੋ ਜੇ ਕੋਈ ਸਟੈਪ ਡਾਊਟਫੁਲ ਹੈਗਾ ਤਾਂ ਇੱਕ ਵਾਰੀ ਦੱਸੋ ਬੇਟਾ जल्दी जल्दी सर वो क्या है ਕਿਹੜਾ ਜੀ
सर ये इफ एच के बाद वो अपने ग्रेटर देन के साइन लगाए, लेस देन के। हाँ कह रहे हो? हाँ जी हाँ जी। ਉਹ ਤਾਂ ਆਪਾਂ ਇਹ ਦੱਸਿਆ ਨਾ ਕਿ ਜੇ ਆਪਾਂ ਹਾਈਟ ਜਿਹੜੀ ਰੋਡ ਦੀ ਆ ਆਪਾਂ ਉਹ ਚ ਕੰਡੀਸ਼ਨ ਲਿੱਤੀ ਨਾ ਕਿ ਜਿਹੜੀ ਤੁਸੀਂ ਟਿਲਟਿੰਗ ਕੀਤੀ ਆ, ਠੀਕ ਹੈ, ਜੇ ਆ ਮੇਰਾ ਹੱਥ ਮੇਰੀ ਰੋਡ ਦੀ ਵਿਡਥ ਹੋਏਗੀ, ਇਹ ਵਿਡਥ ਮੰਨ ਲਓ ਮੇਰੇ ਕੋਲ ਜਿਹੜੀ ਆ ਐਸ ਤੁਸੀਂ ਮੰਨੀਏ 10 ਮੀਟਰ ਵਿਡਥ ਹੈਗੀ ਰੋਡ ਦੀ, 10 ਮੀਟਰ ਚੌੜੀ ਆ ਰੋਡ, ਠੀਕ ਆ, ਤੇ ਜੇਕਰ ਉਹਨੂੰ ਗਰਾਊਂਡ ਲੈਵਲ ਤੋਂ ਆਪਾਂ ਹਾਈਟ ਦਿੱਤੀ, ਹਾਈਟ ਤਾਂ ਕਹਿੰਦਾ ਜੀ ਅਸੀਂ ਸੈਂਟੀਮੀਟਰ ਮਿਲੀਮੀਟਰ ਦਿੱਤੀ ਹੋਈ ਆ, ਇਹਦਾ ਮਤਲਬ ਇਸ h ਦੀ ਵੈਲਿਊ ਇਫ h ਇਜ਼ ਵੈਰੀ ਮਚ ਲੈਸਰ ਦੈਨ b, ਜੇ ਹਾਈਟ ਜਿਹੜੀ ਟਿਲਟ ਕਰਨੀ ਆ ਜੇ ਉਹ b ਦੇ ਕੰਪੈਰੀਟਿਵਲੀ ਬਹੁਤ ਸਮਾਲਰ ਹੋਵੇ ਤੇ ਫਿਰ ਅਸੀਂ ਉਸ ਮੂਮੈਂਟ ਤੇ ਜੇ h b ਤੋਂ ਬਹੁਤ ਛੋਟਾ ਹੋ ਗਿਆ ਤੇ h ਦਾ ਸਕੁਅਰ ਹੋਰ ਵੀ ਛੋਟਾ ਹੋ ਜਾਣਾ b ਸਕੁਅਰ ਨਾਲ। ਆ ਸਿੰਪਲ ਜਿਹੀ ਐਗਜ਼ਾਮਪਲ ਦੇਣਾ, ਜੇ ਮੰਨ ਲਓ ਇੱਥੇ ਮੇਰੇ ਕੋਲ h ਦੀ ਵੈਲਿਊ ਆ ਉਹ 0.1 ਸੈਂਟੀਮੀਟਰ ਹੋਵੇ ਤੇ ਜਦੋਂ ਮੈਂ h ਦਾ ਸਕੁਅਰ ਕਰਾਂਗਾ 0.1 ਦਾ ਸਕੁਅਰ ਕਰੂੰਗਾ ਉਹ ਆ ਗਿਆ 0.01, ਤੇ ਮਤਲਬ ਜੇ h ਛੋਟਾ ਸੀਗਾ ਤੇ ਉਹਦਾ ਸਕੁਅਰ ਤਾਂ ਹੋਰ ਵੀ ਛੋਟਾ ਹੋ ਜੂ। ਆਕਾਸ਼ हाँ जी हाँ जी सर। हाँ जी सर। चल हाँ जी करिए कंटिन्यू। Yes, sir. चल ਇੱਕ ਅਲਟਰਨੇਟਿਵ ਆਪਾਂ ਇਹ ਲਿੱਤਾ ਬੇਟਾ ਕਿ ਜਦੋਂ ਰੋਡ ਦੇ ਉੱਤੇ ਕਹਿੰਦਾ ਜੀ ਤੁਹਾਡੇ ਕੋਲ ਫ੍ਰਿਕਸ਼ਨ ਨੂੰ ਅਸੀਂ ਰਿਪਲੇਸ ਕਰਨਾ, ਤਾਂ ਅਸੀਂ ਕਿਹਾ ਕਿ ਫ੍ਰਿਕਸ਼ਨ ਦੀ ਜਗ੍ਹਾ ਤੇ ਰੋਡ ਦੀ ਬੈਂਕਿੰਗ ਕਰ ਦਿਓ, ਠੀਕ ਹੈ, ਤੇ ਉਹਦਾ ਅਲਟਰਨੇਟਿਵ ਸੋਰਸ ਜਿਹੜਾ ਤੁਹਾਨੂੰ ਮਿਲ ਜਾਂਦਾ ਸੈਂਟਰੀਪੀਟਲ ਫੋਰਸ ਵਾਸਤੇ। ਗੱਲ ਸਮਝੇ ਧਿਆਨ ਨਾਲ, ਆਪਾਂ ਜਿਹੜੀ ਲਾਈਨ ਲੈ ਰਹੇ ਉਹ ਇਸ ਗੱਲ ਨਾਲ ਕੰਟੀਨਿਊ ਕਰਾਂਗੇ ਕਿ ਵੀ ਆਪਣੇ ਕੋਲ ਪੁੱਤ ਆਪਾਂ ਕਿਹਾ ਸੀ ਕਿ ਫ੍ਰਿਕਸ਼ਨ ਇਜ਼ ਨਾਟ ਰਿਲਾਇਬਲ, ਠੀਕ ਹੈ, ਟੂ ਪ੍ਰੋਵਾਈਡ ਦਾ ਨੈਸੈਸਰੀ ਸੈਂਟਰੀਪੀਟਲ ਫੋਰਸ, ਤੇ ਫਿਰ ਕਹਿੰਦਾ ਫ੍ਰਿਕਸ਼ਨ ਦੀ ਜਗ੍ਹਾ ਤੇ ਆਪਾਂ ਕਿਸ ਵੇ ਨਾਲ ਸੈਂਟਰੀਪੀਟਲ ਫੋਰਸ ਪੂਰੀ ਕਰ ਸਕਦੇ, ਤੇ ਪੁੱਤ ਉਹਦਾ ਇੱਕ ਅਲਟਰਨੇਟਿਵ ਮੈਥਡ ਅਸੀਂ ਇਹ ਲਿੱਤਾ ਕਿ ਰੋਡ ਦੀ ਬੈਂਕਿੰਗ ਕਰ ਦਿਓ। ਸੈਕਿੰਡ ਅਲਟਰਨੇਟਿਵ ਆ ਕਿ ਜਦੋਂ ਤੁਸੀਂ ਕਿਸੇ ਕਹਿੰਦਾ ਜੀ ਹਾਈ ਸਪੀਡ ਤੇ ਜੇ ਤੁਸੀਂ ਕਿਸੇ ਟਰਨ ਤੋਂ ਮੂਵ ਕਰਨਾ ਵਾ ਹਨਾ, ਤਾਂ ਤੁਸੀਂ ਨਾਰਮਲੀ ਨੋਟਿਸ ਕੀਤਾ ਹੋਵੇਗਾ ਕਿ ਜਦੋਂ ਆ ਰੇਸ ਵਗੈਰਾ ਹੁੰਦੀ ਆ ਉਹਦੇ ਵਿੱਚ ਜਦੋਂ ਕੋਈ ਮੋਟਰਸਾਈਕਲਿਸਟ ਜਿਹੜਾ ਵਾ ਟਰਨ ਲੈਂਦਾ ਉਹ ਕੀ ਕਰਦਾ ਜੀ? थोड़ा सर सर ले लेता है टिल्ट हो सर, जाता है हल्का सर। सा झुकता है सर साइड को। सर थोड़ा की तरफ से टिल्ट हो जाता है। हाँ बिल्कुल, जरूरी नहीं हल्का जिहा, डिपेंड करेगा कितनी स्पीड ते जांदा पिया, ठीक है। चलो ये ट्राई नहीं करनी किसी ने, इन जनरल दसदा पिया कि सर मैं सर रोज चलाता हूँ। ਜਦੋਂ ਮੈਂ ਟਰਨ ਲੈਣਾ, ਠੀਕ ਹੈ, ਜਦੋਂ ਅਸੀਂ ਮੂਵ ਕਰਨਾ ਔਰ ਕਿਸੇ ਟਰਨ ਨੂੰ ਮੂਵ ਕਰਨਾ ਤੇ ਉਸ ਇਨਸਟੈਂਟ ਤੇ ਤੁਹਾਡੀ ਸਪੀਡ ਜਿਹੜੀ ਹੋਏਗੀ ਉਹ ਡਿਸਾਈਡ ਕਰਦੀ ਆ ਕਿ ਤੁਸੀਂ ਕਿੰਨਾ ਬੈਂਡ ਹੋਣਾ। ਯਾਨੀ ਹੁਣ ਰੋਡ ਦੀ ਬੈਂਕਿੰਗ ਨਹੀਂ ਲੈ ਰਹੇ, ਰੋਡ ਦੀ ਬੈਂਕਿੰਗ ਦੀ ਜਗ੍ਹਾ ਤੇ ਅਸੀਂ ਕਹਿੰਦੇ ਸਾਈਕਲਿਸਟ ਜਿਹੜਾ ਵਾ ਜਾਂ ਜਿਹੜਾ ਵਹੀਕਲ ਤੇ ਮੂਵ ਕਰਦਾ ਪਿਆ ਉਹ ਬੈਂਡ ਕਰੇਗਾ, ਔਰ ਬੈਂਡ ਕਿਸ ਸਾਈਡ ਨੂੰ ਕਰੇਗਾ? ਕਹਿੰਦਾ ਆਲਵੇਜ਼ ਬੈਂਡ ਟੁਵਰਡਸ ਦਾ ਸੈਂਟਰ ਆਫ ਦਾ ਸਰਕਲ, ਮਤਲਬ ਜਿੱਧਰ ਨੂੰ ਉਹਨੇ ਐਸ ਐਚ ਟਰਨ ਲੈਣਾ, ਜੇ ਮੇਰੇ ਲੈਫਟ ਸਾਈਡ ਵੱਲ ਨੂੰ ਟਰਨ ਆ ਤਾਂ ਮੈਂ ਲੈਫਟ ਸਾਈਡ ਨੂੰ ਬੈਂਡ ਕਰਾਂਗਾ, ਜੇ ਰਾਈਟ ਸਾਈਡ ਨੂੰ ਤਾਂ ਮੈਂ ਰਾਈਟ ਸਾਈਡ ਨੂੰ ਬੈਂਡ ਕਰਾਂਗਾ। ਔਰ ਤੁਸੀਂ ਜਿਹੜੀ ਰੇਸ ਦਿਖਾਉਂਦੇ ਹੁੰਦੇ ਨਾਰਮਲੀ ਮੋਟਰਸਾਈਕਲਿਸਟ ਵਗੈਰਾ ਦੀ, ਉਹ ਚ ਅਸੀਂ ਇੱਥੇ ਦਾ ਕਹਿੰਦੇ ਕਿ ਵੀ ਉਹ ਆਪਣੇ ਗੋਡੇ ਜਿਹੜੇ ਉਹ ਜ਼ਮੀਨ ਤੱਕ ਨਾ ਥੱਲੇ ਨੂੰ ਬੈਂਡ ਕਰ ਲੈਂਦੇ। ਇਹਦਾ ਮਤਲਬ ਆ ਕਿ ਵੀ ਜਿਹੜਾ ਤੁਹਾਡੀ ਬੈਂਡਿੰਗ ਹੈਗੀ ਆ that will also provide ਦਾ ਕਹਿੰਦਾ ਜੀ source of centripetal force। ਕਿਹੜੇ ਵੇ ਨਾਲ ਉਹਦੀ ਆਪਾਂ ਡਾਇਗਰਾਮ ਲੈ ਰਹੇ ਹਾਂ। ਆਪਣਾ ਨੈਕਸਟ ਟਾਪਿਕ ਜਿਹੜਾ ਹੈਗਾ ਉਹ ਇਹ ਆ ਜਾਣਾ ਬੈਂਡਿੰਗ ਆਫ ਦ ਸਾਈਕਲਿਸਟ। bending of cyclist। सर एक केस में सिर्फ फास्ट स्पीड ही होगा, हाँ जी, मतलब बेंडिंग ऑफ साइकिलिस्ट हाँ। सिर्फ फास्ट वेलोसिटी पे ही होगी। क्यों? ਬੈਂਡਿੰਗ ਆਪਾਂ ਹਮੇਸ਼ਾ ਲੈਂਦੇ ਆ, ਠੀਕ ਹੈ, ਪਰ ਇਹ ਆ ਕਿ ਵੀ ਬੈਂਡਿੰਗ ਕਿੰਨੀ ਜ਼ਿਆਦਾ ਲੈਣੀ ਆ ਉਹ ਡਿਪੈਂਡ ਕਰਦਾ ਕਿ ਵੀ ਤੁਹਾਡੇ ਕੋਲ ਐਸ ਸੱਚ ਸਪੀਡ ਕਿੰਨੀ ਆ ਤੁਹਾਡੀ। ਯਾਨੀ ਆਪਾਂ ਜਿਹੜੀ ਬੈਂਡਿੰਗ ਹੈਗੀ ਆ ਉਹ ਤੁਹਾਡੀ ਸਪੀਡ ਡਿਪੈਂਡੈਂਟ ਆ। ਜੇ ਤੁਸੀਂ ਬਹੁਤ ਹੀ ਜ਼ਿਆਦਾ ਸਪੀਡ ਤੇ ਮੂਵ ਨਹੀਂ ਕਰ ਰਹੇ ਤੇ ਇਹਦਾ ਮਤਲਬ ਮੇਰੇ ਕੋਲ ਨਾਰਮਲ ਹਲਕੀ ਜਿਹੀ ਬੈਂਡਿੰਗ ਜਿਹੜੀ ਸਫੀਸ਼ੀਐਂਟ ਆ, ਤੇ ਇਸ ਲਈ ਸਾਨੂੰ ਬਹੁਤਾ ਜ਼ਿਆਦਾ ਬੈਂਡ ਕਰਨ ਦੀ ਲੋੜ ਹੀ ਨਹੀਂ ਪੈਂਦੀ। ਤੇ ਜੇ ਮੈਂ ਬਹੁਤ ਹੈਵੀ ਸਪੀਡ ਤੇ ਮੂਵ ਕਰਦਾ ਪਿਆ ਤੇ ਫਿਰ ਉਸ ਮੂਵਮੈਂਟ ਤੇ ਮੇਰੀ ਰੋਡ ਦੇ ਉੱਤੇ ਬੈਂਡਿੰਗ ਵੀ ਜਿਹੜੀ ਉਹ ਵੀ ਕਹਿੰਦਾ ਜੀ ਜ਼ਿਆਦਾ ਆਏ। ਕਲੀਅਰ ਆ? Yes, sir. यस सर। ਔਰ ਸਾਰਿਆਂ ਨੂੰ ਕਲੀਅਰ ਆ?
Yes, sir. बिल्कुल भी हो Yes, sir. Yes, sir. ਚਲੋ ਆਪਾਂ ਇੱਥੇ ਜਿਹੜਾ ਸ਼ੋ ਆਫ ਕਰਦੇ ਪਏ ਉਹ ਆ ਦਿਖਾ ਰਹੇ ਕਿ ਵੀ ਮੰਨ ਲਓ ਤੁਹਾਡੇ ਕੋਲ ਕੋਈ ਵਹੀਕਲ ਹੈਗਾ, ਠੀਕ ਹੈ ਜੀ, ਆ ਸੀ ਉਹਦਾ ਇੱਕ ਵੀਲ ਸ਼ੋ ਆਫ ਕਰਦੇ ਪਏ ਕਿ ਵੀ ਵੀਲ ਹੈਗਾ ਔਰ ਵੀਲ ਦੇ ਉੱਤੇ, ਠੀਕ ਹੈ, ਅਸੀਂ ਦਿਖਾ ਦਿੱਤਾ ਕਿ ਵੀ ਪਰਸਨ ਆ ਥਾਂ ਦੇ ਉੱਤੇ ਮੇਰੇ ਕੋਲ ਬੈਠਾ ਹੋਇਆ ਤੇ ਨਾਰਮਲ ਪੋਜੀਸ਼ਨ ਤੋਂ ਜੇ ਮੇਰੇ ਇਸ ਰਾਈਟ ਸਾਈਡ ਨੂੰ ਬੈਂਡ ਹੈਗਾ ਤੇ ਮੈਂ ਇਸ ਸਾਈਡ ਨੂੰ ਬੈਂਡ ਹੁੰਦਾ ਪਿਆ ਤੇ ਮੈਂ ਵਰਟੀਕਲ ਲਾਈਨ ਤੋਂ ਜਿੰਨਾ ਬੈਂਡ ਹੁੰਦਾ ਪਿਆ ਉਹਨੂੰ ਅਸੀਂ ਐਂਗਲ ਆਫ ਬੈਂਡਿੰਗ ਇੱਥੇ ਡਿਫਾਈਨ ਕਰਦੇ ਪਏ। ਇੰਨੀ ਗੱਲ ਕਲੀਅਰ ਆ? Yes, sir. Yes, sir. ਤੇ ਅਸੀਂ ਕਹਿੰਦੇ ਕਿ ਜਿਹੜਾ ਸਾਈਕਲਿਸਟ ਹੋਏਗਾ ਤੇ ਜਿਹੜਾ ਸਾਈਕਲ ਦਾ weight ਹੋਏਗਾ, ਹਨਾ, ਜਿੱਥੇ ਮੰਨ ਲਓ ਮੈਂ ਸੀਟ ਦੇ ਉੱਤੇ ਬੈਠਾ ਮੈਂ ਚੜ ਕੇ, ਠੀਕ ਹੈ, ਉਸ ਪੁਆਇੰਟ ਤੋਂ ਮੇਰਾ weight vertically downward ਆ ਜਾਏਗਾ। Yes. Yes, sir. ਯਾਨੀ ਆ ਪੁਆਇੰਟ ਦੇ ਉੱਤੇ ਅਸੀਂ ਆਪਣਾ weight show up ਕਰਦੇ ਪਏ ਕਿ ਇਸ ਪੁਆਇੰਟ ਤੇ ਬਾਡੀ ਦਾ weight ਜਿਹੜਾ ਉਹ vertically downward ਲਾਈ ਕਰਦਾ ਤੇ ਰਿਐਕਸ਼ਨ ਹਮੇਸ਼ਾ ਕੀ ਹੁੰਦੀ ਆ? Opposite. Opposite direction. ਆਪੋਜ਼ਿਟ ਨਹੀਂ ਹੁੰਦੀ, ਮੈਂ 10 ਵਾਰੀ ਦੱਸਿਆ। ਰਿਐਕਸ਼ਨ ਨੂੰ Perpendicular. ਪੂਰਾ ਵਰਡ ਨਾਰਮਲ ਰਿਐਕਸ਼ਨ ਕਹਿੰਦੇ ਹੋ। ਨਾਰਮਲ ਰਿਐਕਸ਼ਨ ਹਮੇਸ਼ਾ ਕੀ ਹੁੰਦੀ ਆ? perpendicular, So perpendicular. ਪਰਪੈਂਡੀਕੂਲਰ ਟੂ ਦਾ ਸਰਫੇਸ। ਇਹਦਾ ਮਤਲਬ ਜੇ ਆ ਸਰਫੇਸ ਗਿਵਨ ਆ ਤੇ ਜਿਹੜੀ ਨਾਰਮਲ ਰਿਐਕਸ਼ਨ ਆ ਉਹ ਇਹਦੇ ਆਪੋਜ਼ਿਟ ਨਹੀਂ ਦਿਖਾਵਾਂਗੇ, ਠੀਕ ਹੈ। ਨਾਰਮਲ ਰਿਐਕਸ਼ਨ ਇਸ ਸਰਫੇਸ ਦੇ ਪਰਪੈਂਡੀਕੂਲਰ ਹੋਏਗੀ, ਯਾਨੀ ਇਸ ਸਾਈਡ ਨੂੰ ਆਰ ਆ ਜਾਏਗਾ ਤੇ ਜੇ ਮੈਂ ਇਸ ਮੂਵਮੈਂਟ ਤੇ ਆਹੀ ਲਾਈਨ ਨੂੰ ਐਕਸਟੈਂਡ ਕਰਾਂ ਤੇ ਆਹ ਵਾਲੀ ਲਾਈਨ ਮੇਰੇ ਕੋਲ ਜਿਹੜੀ ਵਰਟੀਕਲ ਦੀ ਸੀਗੀ ਤੇ ਆਹ ਜਿਹੜੀ ਲਾਈਨ ਆ ਹਨਾ, ਇਹ ਦੋਨੋਂ ਪੈਰਲਲ ਆ ਤੇ ਇਸੇ ਨੂੰ ਜੇ ਆਪਾਂ ਕੰਟੀਨਿਊ ਕਰਕੇ ਅੱਗੇ ਤੱਕ ਲੈ ਆਈਏ, ਠੀਕ ਹੈ, ਤੇ ਐਸ ਸੱਚ ਮੇਰੇ ਕੋਲ ਆ ਐਂਗਲ ਆਫ ਬੈਂਡਿੰਗ ਜਿਹੜਾ ਆ ਦੋਨਾਂ ਥਾਵਾਂ ਤੇ ਸੇਮ ਆ ਜਾਏਗਾ। ਯਾਨੀ ਇੱਥੇ ਮੇਰੇ ਕੋਲ ਐਂਗਲ ਥੀਟਾ ਤੇ ਆਰ ਨੂੰ ਸਪਲਿਟ ਕਰ ਦਵਾਂ ਤੇ ਵਰਟੀਕਲ ਕੰਪੋਨੈਂਟ ਆਰ cos ਥੀਟਾ ਤੇ ਹੌਰੀਜ਼ੌਨਟਲ ਕੰਪੋਨੈਂਟ ਮੇਰਾ ਜਿਹੜਾ ਹੋਏਗਾ ਉਹ r sin ਥੀਟਾ ਆ ਜਾਏਗਾ। क्या इना क्लियर है? Yes, sir. ਹੁਣ ਜੇ ਇਸ ਵੇਲੇ ਇਸ ਫਿਗਰ ਦੇ ਅਕੋਰਡਿੰਗਲੀ ਚਲੀਏ, ਕੌਣ ਕਿੰਨਾ ਬੈਲੈਂਸ ਆ? Sir, mgr cos theta के साथ. बिल्कुल। और r sin थीटा मेरा किधर ਨੂੰ ਲਾਈ ਕਰਦਾ? Centripetal force. ਟੁਵਰਡਸ ਦਾ ਸੈਂਟਰ ਹੋ ਗਿਆ, ਯਾਨੀ ਇਹ ਸੈਂਟਰੀਪੀਟਲ ਫੋਰਸ ਦਾ ਸੋਰਸ ਬਣ ਜੂ। ਯਾਨੀ ਆਪਾਂ ਤੁਸੀਂ ਜਦੋਂ ਇਹਨੂੰ ਪੁੱਤ ਟੌਪਿਕ ਨੂੰ ਕਰਨਾ ਤੇ ਇਹ ਥਿਉਰੀ ਚ ਲਿਖਣੇ ਆ ਵਰਡ, ਠੀਕ ਆ। ਆਪਣੇ ਕੋਲ ਇਸ ਵੇਲੇ ਆ ਗਿਆ according to figure r cos theta it is balanced by mg and r sin theta it should be equal to centripetal force और centripetal force ਦਾ ਫਾਰਮੂਲਾ ਹੈਗਾ ਸੀ mv²/r, ਠੀਕ ਆ। ਆ ਦੋ ਇਕੁਏਸ਼ਨਾਂ ਜਿਹੜੀਆਂ ਬਣੀਆਂ ਇਹਨੂੰ ਆਪਾਂ ਫਿਰ ਕੱਢਣੀ ਉਹੀ ਸੇਮ ਚੀਜ਼ ਦਾ ਵੈਲੋਸਿਟੀ ਕੱਢਣੀ ਆਪਾਂ ਨਾ, ਤੇ ਇਹ ਤੋਂ ਫਿਰ ਡਿਵਾਈਡ ਕਰ ਲਓ, ਡਿਵਾਈਡ 2/1 therefore ਆਪਣੇ ਕੋਲ ਆ ਜਾਏਗਾ r sin theta over r cos theta equal to mv²/r over mg। m कैंसिल आउट करो, r ना r कैंसिल हो गया, अपने को रिजल्ट आ गया tan थीटा इक्वल टू v²/rg, यानी v का फॉर्मूला आ गया अंडर रूट ऑफ rg tan थीटा। सेम ओही फॉर्मूला बनता पिया जेड़ा मेरे को एसएच बैंकिंग ऑफ रोड दा सीगा विदाउट फ्रिक्शन, यानी जे रोड दे उत्ते असी एसएच ये क्या सीगा कि फ्रिक्शन नहीं लैनी, फ्रिक्शन दी थां ते असी ये कह दिए कि रोड दी बैंकिंग करिए या साइकिलिस्ट दी बेंडिंग करिए, ते पुत दोनों केसेस दे अंदर विदाउट फ्रिक्शन जेड़ा वेलोसिटी दा फार्मूला और रूट rg tan थीटा सेम बनदा पिया। Yes, sir. Yes, sir. बच्चे इन्नी गल सारे नु समझ लगदी पई पुत? Yes, sir. Yes, sir. Yes, sir. yes sir, बैंडिंग ऑफ साइकिलिस्ट होवे या बैंकिंग ऑफ रोड होवे, ये ध्यान रख लियो। बैंकिंग ऑफ रोड दी डेरिवेशन जिहड़ी आ वो along with friction आ। इन केस जे तुहानू कंफ्यूजन क्रिएट करनी होवे ते ये कहा जावे कि रोड दी बैंकिंग तां कीती है पर फ्रिक्शन नहीं गिननी,
ਤੇ ਆ ਡਿਟੋ ਵਰਡ ਚ ਆਹੀ ਡੈਰੀਵੇਸ਼ਨ ਬੈਂਡਿੰਗ ਆਫ ਸਾਈਕਲਿਸਟ ਵਾਲੀ, ਇਹ ਬੈਂਕਿੰਗ ਆਫ ਰੋਡ ਦੀ ਵੀ ਆਪਣੀ ਇਹੀ ਰਹਿਣੀ। ਸੋ ਜਿਹੜਾ ਆਪਣਾ f cos ਥੀਟਾ ਵਾਲੇ ਕੰਪੋਨੈਂਟ, f sin ਥੀਟਾ ਵਾਲੇ ਕੰਪੋਨੈਂਟ ਉਹ ਨਿਕਲ ਗਏ ਵਿੱਚ। ਇਹਦਾ ਮਤਲਬ ਸਿਰਫ ਬੈਂਡਿੰਗ ਦੇ ਨਾਲ ਜਿਹੜਾ ਆਪਾਂ ਕਹਿੰਦੇ ਸੈਂਟਰੀਪੀਟਲ ਫੋਰਸ ਮਿਲਦੀ ਆ, ਸੇਮ ਵਰਡ ਮੇਰੇ ਕੋਲ ਬੈਂਕਿੰਗ ਆਫ ਰੋਡ ਲਈ ਵੀ ਰਹਿ ਜਾਣਗੇ। ਹੋ ਜੂ ਇਹ ਟੌਪਿਕ? Yes. Yes, sir. Yes, sir. लगता है। हाँ जी, नेक्स्ट अपने को हैगा, मैं एक टॉपिक क्या सी क्वेश्चन नो, मोशन इन ए वर्टिकल सर्कल वाला। इनु कैसी गल मैं है वो न्याने हो किन्हां नूं कराता सी ये चैप्टर स्कूले? सर सानू नहीं कराया। सर हमने भी नहीं कराया। चलो एक टॉपिक है बेटा, एनसीईआरटी च नहीं हैगा, सिलेबस च डायरेक्ट है नहीं, पर कॉम्पीटेटिव च आपां नूं चाहीदा वा, ठीक है। इसलिए अगला जिहड़ा टॉपिक आ वो जे तां स्कूल करवाओगे फिर वो डेरिवेशन करियो, अदरवाइज वो डेरिवेशन बेशक ना करियो, ਉਹਦੇ रिजल्ट जरूर याद रख लियो, किते ना किते यूज होंदे आ। टॉपिक हैगा अपना मोशन इन ए motion in a vertical circle, motion in a vertical circle टॉपिक ही बनया बेटा। कहना पुत आप जे ऐसा च एक स्टोन नु एक थ्रेड ना बन के घुमाना होवा, इस वे स्टोन जेडे सर्कल च घुमदा पिया ना, ये हॉरिजॉन्टल सर्कल, पर जे मैं ऐसा च इस वे ना स्टोन नु रोटेट करदा होवा, ठीक है, ते एदा मतलब ये स्टोन मेरा एक वर्टिकल सर्कल च घुमदा पिया। वो कहना जदों किसी स्टोन नु या किसी बॉडी नु वर्टिकल सर्कल च घुमाना, ਇਹਦੀ ਹੋਰ एग्जांपल दे देना, छत ते लग्या फैन जेड़ा वा ये हॉरिजॉन्टल सर्कल च घुमदा पिया, ते जेड़े अपने एच स्टैंडिंग फैन हुंदे नॉर्मली है ना, वो जदों ब्लेड रोटेट करदे पे ते वो वर्टिकल सर्कल च मूव करदे पे। क्या डिफरेंस समझ लग्या? Yes, sir. Yes. हुण आपां इहदे अंदर जेड़ी मेन कंडीशन पता नहीं लगा नहीं पता लग्या? नहीं सर। कूलर जदों को चलदा वा, ठीक है, जदों अपना कूलर फैन चलदा ते जदों कूलर पुत चलदा ते ओ जेड़े एसएच ओदा ब्लेड जेड़े फैन दे घुमदे पए आ, वो एक वर्टिकल प्लेन हो गया। हाँ जी सर। ते एदा मतलब आ ओथे फैन जदों घुमदा पिया तो एक वर्टिकल प्लेन च घुमदा पिया, ते छत ते लगया पक्खा जेड़ा अपना हैगा है ना, ये जदों घुमदा पिया ते ये एक हॉरिजॉन्टल सर्कल च घुमदा पिया। हाँ जी सर। ਉਹਨੇ ਹੁਣ ਇਹਦੇ ਵਿੱਚ ਡਿਫਰੈਂਸ ਕੀ ਲੈਣਾ, ਉਹ ਕਹਿੰਦਾ ਜੇ ਇੱਕ ਬਾਡੀ ਹੌਰੀਜ਼ੌਂਟਲ ਸਰਕੂਲਰ ਪਾਥ ਤੇ ਮੂਵ ਕਰਦੀ ਹੈ ਬੇਟਾ, ਤੇ ਪੁੱਤ ਹੌਰੀਜ਼ੌਂਟਲ ਸਰਕੂਲਰ ਪਾਥ ਦੀ ਮੋਸ਼ਨ ਨੂੰ ਅਸੀਂ ਜੇ ਨਾਮ ਦੇਣਾ ਹੋਵੇ ਤਾਂ ਅਸੀਂ ਇਹਨੂੰ ਕਹਿ ਦਿੰਦੇ ਹਾਂ ਇਹ ਯੂਨੀਫਾਰਮ ਸਰਕੂਲਰ ਮੋਸ਼ਨ, ਕਿਉਂਕਿ ਹੌਰੀਜ਼ੌਂਟਲ ਸਰਕੂਲਰ ਪਾਥ ਤੇ ਅਸੀਂ ਕਿਹਾ ਸੀ ਜਦੋਂ ਬਾਡੀ ਮੂਵ ਕਰਦੀ ਆ ਤੇ ਇਟ ਕੈਨ ਮੂਵ ਵਿਦ ਅ ਕਨਸਟੈਂਟ ਸਪੀਡ, ਹੈ ਨਾ। ਉੱਥੇ ਐਸਾ ਅਸੀਂ ਕਿਹਾ ਸੀ ਪਾਰਟੀਕਲ ਸਰਕੂਲਰ ਪਾਥ ਤੇ ਇੱਕ ਕਾਂਸਟੈਂਟ ਸਪੀਡ ਨਾਲ ਮੂਵ ਕਰ ਸਕਦਾ, ਔਰ ਉਦੋਂ ਉਹਦੀ ਸਿਰਫ ਡਾਇਰੈਕਸ਼ਨ ਚੇਂਜ ਹੁੰਦੀ ਆ, ਉਦੋਂ ਉਹਦੀ ਸਿਰਫ ਡਾਇਰੈਕਸ਼ਨ ਚੇਂਜ ਹੁੰਦੀ ਤੇ ਡਾਇਰੈਕਸ਼ਨ ਦੇ ਚੇਂਜ ਕਰਕੇ ਉਹਦੀ ਮੋਸ਼ਨ ਨੂੰ ਐਕਸਲਰੇਟਿਡ ਮੋਸ਼ਨ ਕਿਹਾ। ਪਰ ਜੇ ਮੈਂ ਬਾਡੀ ਇੱਕ ਵਰਟੀਕਲ ਸਰਕਲ ਚ ਘੁਮਾਣੀ ਆ ਤੇ ਪੁੱਤ ਜਦੋਂ ਬਾਡੀ ਵਰਟੀਕਲ ਸਰਕਲ ਦੇ ਵਿੱਚ ਮੂਵ ਕਰਦੇ ਕਰਦੇ ਆ ਲੋਐਸਟ ਪੁਆਇੰਟ ਤੇ ਆਏਗੀ ਤੇ ਲੋਐਸਟ ਪੁਆਇੰਟ ਤੋਂ ਦੀ ਸਪੀਡ ਜਿਹੜੀ ਮੈਕਸਿਮਮ ਹੋਏਗੀ ਤੇ ਇਥੋਂ ਲੋਐਸਟ ਪੁਆਇੰਟ ਤੋਂ ਹਾਈਐਸਟ ਪੁਆਇੰਟ ਤੱਕ ਜਾਂਦੇ ਜਾਂਦੇ ਉਹਦੀ ਸਪੀਡ ਰਿਡਿਊਸ ਹੁੰਦੀ ਜਾਊਗੀ। हाँ जी सर। Yes, sir. Yes, sir. ਇਹਦਾ ਮਤਲਬ ਇਹ ਹੋ ਗਿਆ ਜਦੋਂ ਬਾਡੀ ਨੇ ਵਰਟੀਕਲ ਸਰਕਲ ਚ ਮੂਵ ਕਰਨਾ ਤੇ ਹਰ ਪੁਆਇੰਟ ਤੇ ਉਹਦੀ ਸਪੀਡ ਜਿਹੜੀ ਆ that will also going on changing, ਤੇ ਮੇਰੇ ਟੌਪਿਕ ਨੇ ਇਹੀ ਆਪਣੇ ਕੋਲ ਕੈਲਕੂਲੇਟ ਕਰਾਣਾ ਕਿ ਵੀ ਉਸ ਵਰਟੀਕਲ ਸਰਕਲ ਦੇ ਵਿੱਚ ਲੋਐਸਟ ਪੁਆਇੰਟ ਤੇ ਹਾਈਐਸਟ ਪੁਆਇੰਟ ਦੇ ਉੱਤੇ ਜਾਂ ਉਹਦੇ ਮਿਡਲ ਪੁਆਇੰਟ ਦੇ ਉੱਤੇ ਜਾਂ ਹੋਰ ਕਿਸੇ ਪੁਆਇੰਟ ਦੇ ਉੱਤੇ ਉਹਦੀ ਸਪੀਡ ਕਿੰਨੀ, ਤੇ ਸੈਕਿੰਡ ਜਿਹੜੇ ਥ੍ਰੈਡ ਨਾਲ ਮੈਂ ਬਣ ਕੇ ਉਸ ਵਰਟੀਕਲ ਸਰਕਲ ਚ ਸਟੋਨ ਨੂੰ ਘੁਮਾਉਣਾ ਪਿਆ ਹਨਾ, ਉਸ ਕਹਿੰਦਾ ਜੀ ਥ੍ਰੈਡ ਦੇ ਅੰਦਰ ਜਿਹੜੀ ਟੈਂਸ਼ਨ ਬਿਲਟ ਅਪ ਹੋਏਗੀ ਉਹਦੀ ਡਿਫਰੈਂਟ ਪੋਜੀਸ਼ਨ ਤੇ ਕਿਆ ਵੈਲਿਊ ਆਏਗੀ।
क्या ਇੰਨੀ ਗੱਲ ਸਮਝ ਲੱਗੀ ਟੌਪਿਕ ਹੈ ਕੀ ਆ? yes sir, ਚਲੋ ਯਾਨੀ ਜੇ ਨੂੰ ਆਪਾਂ ਫਿਗਰ ਵਾਈਜ਼ ਲੈ ਕੇ ਚੱਲੀਏ ਤੇ ਆਪਾਂ ਆ ਕਹਿ ਰਹੇ ਕਿ ਇੱਕ ਬਾਡੀ ਆ ਵਰਟੀਕਲ ਸਰਕਲ ਚ ਮੂਵ ਕਰੇਗੀ, ਠੀਕ ਹੈ? ਤਾਂ ਜਦੋਂ ਬਾਡੀ ਵਰਟੀਕਲ ਸਰਕਲ ਚ ਮੂਵ ਕਰਨੀ ਹੈ, ਮੈਂ ਕਹਿੰਦਾ ਸਰਕਲ ਸਿੱਧਾ ਬਣ ਜੇ, ਬਣਦਾ ਹੀ ਨਹੀਂ। ਚਲੋ ਜਿੰਨਾ ਕੁ ਬਣਿਆ ਉਨਾ ਹੀ ਸਹੀ। ਹਾਂਜੀ ਹੁਣ ਆਪਾਂ ਜਦੋਂ ਐਸਐਚ ਕਹਿ ਰਹੇ ਬੇਟਾ ਕਿ ਬਾਡੀ ਨੂੰ ਤੁਸੀਂ ਰੋਟੇਟ ਰਿਵੋਲਵ ਕਰਦੇ ਪਏ ਹੋ ਇਸ ਸਰਕੂਲਰ ਪਾਥ ਦੇ ਵਿੱਚ, ਤੇ ਆ ਮੰਨ ਲਓ ਮੇਰੇ ਕੋਲ ਸੈਂਟਰਲ ਪੁਆਇੰਟ ਆ, ਇਥੋਂ ਹੱਥ ਨਾ ਬਣ ਕੇ ਜਿੱਤੇ ਸਟੋਨ ਘੁਮਾਉਣਾ ਪਿਆ, ਠੀਕ ਹੈ? ਇਸ ਇਨਸਟੈਂਟ ਦੇ ਉੱਤੇ ਜਿਹੜਾ ਸਟੋਨ ਰੋਟੇਟ ਕਰਦਾ ਪਿਆ ਉਹਦੀ ਐਸਐਚ ਡਿਫਰੈਂਟ ਫੋਰਸਿਸ ਸ਼ੋ ਆਫ ਕਰਨੀਆਂ ਹੋਣ, ਠੀਕ ਹੈ? ਜਿੰਨੀ ਸਟ੍ਰਿੰਗ ਦੀ ਲੈਂਥ ਹੋਏਗੀ ਉਹ ਇਸ ਵਰਟੀਕਲ ਸਰਕਲ ਦਾ ਰੇਡੀਅਸ ਬਣੂਗਾ, yes sir, ਠੀਕ ਆ? ਤੇ ਕਿਸੇ ਵੀ ਇਨਸਟੈਂਟ ਤੇ ਮੰਨ ਲਓ ਜਦੋਂ ਤੁਹਾਡੇ ਸਟੋਨ ਜਿਹਨੂੰ ਰੋਟੇਟ ਕਰਦੇ ਪਏ ਉਹ ਇਸ ਮੰਨ ਲਓ A ਪੁਆਇੰਟ ਤੇ ਆਇਆ, ਤੇ ਇੱਥੇ ਜਿਹੜੀਆਂ ਡਿਫਰੈਂਟ ਫੋਰਸਿਸ ਉਹਦੇ ਉੱਤੇ ਲਾਈ ਕਰਦੀਆਂ ਉਹ ਸ਼ੋ ਆਫ ਕਰ ਲਓ। ਇਸ ਵੇਲੇ ਅਸੀਂ ਕਹਿੰਦੇ ਇਹ ਆਪਣੀ ਵਰਟੀਕਲ ਲਾਈਨ ਦੇ ਨਾਲ ਯਾਨੀ ਆ ਇਕੁਇਲਿਬਰੀਅਮ ਪੋਜੀਸ਼ਨ ਹੋਏਗੀ ਸਟੋਨ ਦੀ, ਠੀਕ ਹੈ? ਇੱਥੋਂ ਘੁਮਾਉਣਾ ਸ਼ੁਰੂ ਕਰਨਾ ਮੈਂ, ਤੇ ਜਦੋਂ ਇੱਥੇ ਪਿਆ ਉਹ ਆਪਣੇ ਡਾਊਨਵਰਡ ਪੋਜੀਸ਼ਨ ਦੇ ਉੱਤੇ, ਇਹ ਉਹਦੀ ਇਕੁਇਲਿਬਰੀਅਮ ਪੋਜੀਸ਼ਨ ਆ। ਇੱਥੋਂ ਜਦੋਂ ਉਹਨੂੰ ਮੂਵ ਕਰਕੇ A ਪੁਆਇੰਟ ਤੇ ਲੈ ਕੇ ਗਿਆ ਯਾਨੀ ਥੀਟਾ ਐਂਗਲ ਤੇ ਉਹਨੂੰ ਲੈ ਕੇ ਗਿਆ, ਤੇ ਇੱਥੇ ਇੱਕ ਫੋਰਸ ਆ ਜਾਏਗੀ weight of the body और दूजी मेरे को स्ट्रिंग ਦੇ ਅੰਦਰ ਟੈਂਸ਼ਨ ਆ ਜਾਊ। क्या आ दो फोर्सेस क्लियर आ? yes sir, Yes. yes sir, ਜੇ ਮੈਂ ਐਸ ਸੱਚ ਇੱਥੇ ਇਸ mg ਨੂੰ ਆ ਲਾਈਨ ਤੇ ਆ ਲਾਈਨ ਪੈਰਲਲ ਲੈ ਲਾਂ, ਠੀਕ ਹੈ? ਤੇ ਆ ਐਂਗਲ ਥੀਟਾ ਤੇ ਇੱਥੇ ਐਂਗਲ ਥੀਟਾ ਕੋਰਸਪੋਂਡਿੰਗ ਐਂਗਲ ਆ ਜਾਊਗੇ। Yes, sir. yes sir, ਤੇ ਜੇ mg ਨੂੰ ਸਪਲਿਟ ਕਰ ਦਿਓ ਤੇ mg ਦਾ ਇਸ ਸਾਈਡ ਕੰਪੋਨੈਂਟ mg cos ਥੀਟਾ ਆ ਗਿਆ, ਸੈਕਿੰਡ ਕੰਪੋਨੈਂਟ mg sin ਕਿੱਧਰ ਨੂੰ ਆਏਗਾ? sir, Sir, horizontal, eight side में. हाँ Horizontal. हॉरिजॉन्टल नहीं आएगा। ਜਿਹੜੇ ਦੋ ਕੰਪੋਨੈਂਟ ਹੁੰਦੇ ਆ ਇੱਕ ਦੂਜੇ ਦੇ ਕੀ ਹੁੰਦੇ ਉਹ? perpendicular, perpendicular, ਪਰਪੈਂਡੀਕੂਲਰ। ਤੇ ਜੇ ਆਪ ਉੱਤੇ ਇੱਕ ਕੰਪੋਨੈਂਟ ਨਿਕਲ ਗਿਆ, ਜੇ ਇਹ ਧਿਆਨ ਦਿਓ ਤੇ ਇਹ ਕੰਪੋਨੈਂਟ ਰੇਡੀਅਸ ਵਾਲੀ ਲਾਈਨ ਦੇ ਅਲੋਂਗ ਆ, yes sir, yes sir, ਤੇ ਜੇ ਇਹ ਕੰਪੋਨੈਂਟ ਰੇਡੀਅਸ ਵਾਲੀ ਲਾਈਨ ਦੇ ਅਲੋਂਗ ਆ ਤੇ ਜਿਹੜਾ ਸੈਕਿੰਡ ਕੰਪੋਨੈਂਟ ਹੋਏਗਾ ਉਹ ਰੇਡੀਅਸ ਵਾਲੀ ਲਾਈਨ ਦੇ ਪਰਪੈਂਡੀਕੂਲਰ ਹੋ, yes sir, हाँ जी sir. ਤੇ ਰੇਡੀਅਸ ਦੇ ਪਰਪੈਂਡੀਕੂਲਰ ਟੈਂਜੈਂਟ ਨੂੰ ਲਈਦਾ। yes sir, Yes ਇਹਦਾ sir. ਮਤਲਬ ਜਿਹੜਾ ਸੈਕਿੰਡ ਕੰਪੋਨੈਂਟ ਹੋਏਗਾ ਉਹ ਆ ਲਾਈਨ ਦੇ ਅਲੋਂਗ ਇੱਥੇ mg sin ਥੀਟਾ ਆ ਜਾਏਗਾ। yes sir, क्या Yes, कंपोनेंट्स क्लियर है ਜਿਹੜੇ ਬਣਾਏ ਆਪਾਂ? हाँ जी sir. ਚਲ ਹੁਣ ਇੱਥੇ ਆਪਾਂ ਸ਼ੋ ਕਰਦੇ ਫਿਰ ਬਾਡੀ ਮੇਰੀ ਵਰਟੀਕਲ ਸਰਕਲ ਚ ਮੂਵ ਕਰਦੀ, ਤੇ ਇਸ ਇਨਸਟੈਂਟ ਤੇ ਆ ਦੋ ਪੋਜੀਸ਼ਨ ਲੈ ਲਵਾਂ, ਠੀਕ ਹੈ ਜੀ? ਆ ਸਰਕਲ ਦਾ ਰੇਡੀਅਸ r ਆ ਗਿਆ ਸੈਂਟਰ ਪੁਆਇੰਟ ਤੋਂ, ਇਹ ਉਹਦਾ ਹਾਈਐਸਟ ਪੁਆਇੰਟ ਆ ਜਾਏਗਾ, ਇਹ ਮੇਰੇ ਕੋਲ ਐਸਐਚ ਉਹਦਾ ਲੋਐਸਟ ਪੁਆਇੰਟ ਆ ਜਾਏਗਾ। ਇਹਦੀ ਆਪਾਂ ਇੱਥੇ ਸੈਂਟਰਲ ਲਾਈਨ ਦਿਖਾ ਦਿੰਨੇ, ਆ ਉਹਦਾ ਮੰਨ ਲਓ ਮੇਰੇ ਕੋਲ ਮਿਡ ਪੁਆਇੰਟ ਆ ਜਾਏਗਾ। ਹੁਣ ਤੁਸੀਂ ਕੈਲਕੂਲੇਟ ਇਹ ਕਰਨਾ ਵਾ ਕਿ ਇਹ ਲੋਐਸਟ ਪੁਆਇੰਟ ਤੇ ਹਾਈਐਸਟ ਪੁਆਇੰਟ ਤੇ ਮਿਡਲ ਪੁਆਇੰਟ ਤੇ ਜਾਂ ਕਿਸੇ ਵੀ ਹੋਰ ਪੁਆਇੰਟ ਤੇ ਡਿਫਰੈਂਟ ਜਿਹੜੇ ਐਸਐਚ ਵੈਲੋਸਿਟੀ ਦੀ ਵੈਲਿਊਜ਼ ਤੇ ਆ ਸਟ੍ਰਿੰਗ ਦੇ ਅੰਦਰ ਟੈਂਸ਼ਨ ਦੀਆਂ ਡਿਫਰੈਂਟ ਵੈਲਿਊਜ਼ ਕਿਹੜੀਆਂ ਤੈਨੂੰ ਸਟਾਰਟ ਇੱਥੋਂ ਕਰ ਰਿਹਾ ਪੁੱਤ। ਜੇ ਇਸ ਮੂਵਮੈਂਟ ਤੇ ਐਸਐਚ ਦੇਖੋ, ਜਦੋਂ ਤੁਹਾਡੇ ਬਾਡੀ ਨੇ ਇਸ ਵਰਟੀਕਲ ਸਰਕਲ ਚ ਮੂਵ ਕਰਨਾ ਕੰਟੀਨਿਊਸਲੀ, ਹੈਨਾ, ਤੇ ਉਸ ਮੂਵਮੈਂਟ ਤੇ ਟੈਂਸ਼ਨ ਤੇ mg cos ਥੀਟਾ ਇਹ ਦੋਨੋਂ ਇੱਕ ਦੂਜੇ ਦੇ ਕੀ ਚੱਲਦੇ ਪਏ? ਇਹ ਜਿਹੜਾ t ਆ ਤੇ m ਆ, ਇਹ ਕਿਆ ਦੋਨੋਂ ਆਪਸ ਇਕੁਅਲ ਹੋਊਗੇ? हाँ जी sir. yes sir, ਰਿਸਪੌਂਸ ਕਰੋ। ਹੁਣ ਇੱਥੇ ਹੀ ਤੁਹਾਡੇ ਧਿਆਨ ਨਾਲ ਸਮਝਣ ਵਾਲੀ ਇੱਕ ਗੱਲ ਹੈਗੀ ਆ, ਜੇ t ਜਿਹੜਾ ਵਾ mg cos ਥੀਟਾ ਨੂੰ ਬੈਲੈਂਸ ਕਰ ਗਿਆ, ਨੈਟ ਫੋਰਸ 0 ਹੋ ਜਾਊ। yes sir, हाँ जी sir. ਨੈਟ ਫੋਰਸ 0 ਹੋ ਗਈ ਯਾਨੀ t ਤੇ mg cos ਦਾ ਡਿਫਰੈਂਸ 0 ਹੋ ਗਿਆ, ਬਾਡੀ ਕਿਹੜੇ ਪਾਥ ਤੇ ਘੁੰਮਦੀ ਪਈ ਆ?
सर्कुलर ਸਰਕੂਲਰ ਤੇ ਸਰਕੂਲਰ ਪਾਥ ਤੇ ਕਿਸੇ ਵੀ ਬਾਡੀ ਨੂੰ ਮੂਵ ਕਰਨ ਲਈ ਕਿਸ ਚੀਜ਼ ਦੀ ਰਿਕੁਆਇਰਮੈਂਟ ਹੁੰਦੀ ਹੈ? Centripetal force. ਸੈਂਟਰੀਪੀਟਲ ਫੋਰਸ। ਤੇ ਹੂ ਵਿਲ ਪ੍ਰੋਵਾਈਡ ਦਾ ਸੈਂਟਰੀਪੀਟਲ? ਸੈਂਟਰੀਪੀਟਲ ਤੁਹਾਨੂੰ ਚਾਹੀਦੀ ਆ, ਕੋਈ ਨਾ ਕੋਈ ਤਾਂ ਦਿੰਦਾ ਵੀ ਤਾਂ ਹੋਊਗਾ ਨਾ ਸੈਂਟਰੀਪੀਟਲ। ਜੇ ਇਲੈਕਟ੍ਰੋਨ ਅਰਾਊਂਡ ਦਾ ਨਿਊਕਲੀਅਸ ਮੂਵ ਕਰਦਾ ਤੇ ਇਲੈਕਟ੍ਰੋਨ ਨੂੰ ਮੂਵ ਕਰਨ ਵਾਸਤੇ ਸੈਂਟਰੀਪੀਟਲ ਜਿਹੜੀ ਆ ਉਹ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਤੋਂ ਮਿਲਦੀ। ਇਹਦੇ ਜੇ ਆਪਾਂ ਹੋਰ ਕੇਸਿਸ ਕੋਈ ਵੀ ਲੈ ਲਈਏ, ਅਰਥ ਰਿਵੋਲਵ ਕਰਦੀ ਹੈ ਅਰਾਊਂਡ ਦਾ ਸਨ, ਤੇ ਅਰਥ ਨੂੰ ਰਿਵੋਲਵ ਕਰਨ ਲੱਗੇ ਜਿਹੜੀ ਸੈਂਟਰੀਪੀਟਲ ਫੋਰਸ ਚਾਹੀਦੀ ਆ ਹਨਾ, ਉਹ ਗ੍ਰੈਵਿਟੇਸ਼ਨਲ ਫੋਰਸ ਆਫ ਅਟਰੈਕਸ਼ਨ ਬਿਟਵੀਨ ਅਰਥ ਐਂਡ ਸਨ ਤੋਂ ਮਿਲਦੀ। ਇਹਦਾ ਮਤਲਬ ਆ ਸੈਂਟਰੀਪੀਟਲ ਫੋਰਸ ਦਾ ਸੋਰਸ ਵੀ ਤਾਂ ਹੋਏਗਾ ਕੋਈ। यस सर ਹਾਂਜੀ ਕਿ ਜੇ ਮੈਂ ਇੱਥੋਂ ਲੈ ਕੇ ਚੱਲੀਏ ਤੇ ਆਪਣੀ ਟੈਨਸ਼ਨ ਜੇ mg cos ਥੀਟਾ ਨਾਲ ਬੈਲੈਂਸ ਹੋ ਗਈ, ਨੈਟ ਫੋਰਸ ਮੈਂ 0 ਲਿਖ ਗਿਆ, ਤੇ ਇਹਦਾ ਮਤਲਬ ਆ ਮੇਰੇ ਕੋਲ ਇੱਥੇ ਕੋਈ ਅਵੇਲੇਬਲ ਫੋਰਸ ਹੀ ਹੈ ਨਹੀਂ ਜਿਹੜੀ ਇਸ ਸਟੋਰ ਨੂੰ ਵਰਟੀਕਲ ਸਰਕਲ ਚ ਘੁਮਾਵੇ। ਇਹਦਾ ਮਤਲਬ ਇਹ ਹੋਇਆ ਕਿ ਵੀ ਕੁਝ ਫੋਰਸ ਟੁਵਰਡਸ ਦਾ ਸੈਂਟਰ ਲੱਗਣੀ ਚਾਹੀਦੀ ਆ ਜਿਹੜੀ ਬਾਡੀ ਨੂੰ ਵਰਟੀਕਲ ਸਰਕਲ ਚ ਮੂਵ ਕਰਾਵੇ। ਉਹ ਕਹਿੰਦਾ ਇਹਦਾ ਮਤਲਬ ਆ ਟੀ mg cos ਥੀਟਾ ਨਾਲ ਕੱਲੀ ਬੈਲੈਂਸ ਨਹੀਂ ਹੋ ਰਹੀ, ਟੀ ਦੋ ਕੰਮ ਕਰਦੀ ਆ। ਜਿਹੜੀ ਸਟ੍ਰਿੰਗ ਚ ਟੈਨਸ਼ਨ ਇਹਨੇ ਦੋ ਕੰਮ ਕਰਨੇ, ਇੱਕ ਪਾਸੇ ਇਹਨੇ mg cos ਥੀਟਾ ਨੂੰ ਬੈਲੈਂਸ ਵੀ ਕਰਨਾ ਤੇ ਦੂਜੇ ਪਾਸੇ ਇਸ ਟੀ ਦੇ ਕੁਝ ਬਚੇ ਹੋਏ ਪਾਰਟ ਨੇ ਤੁਹਾਨੂੰ ਸੈਂਟਰੀਪੀਟਲ ਫੋਰਸ ਵੀ ਦੇਣੀ। ਕਿ ਇੰਨੀ ਗੱਲ ਸਮਝ ਲੱਗੀ? यस सर Yes, sir. ਇਹਦਾ ਮਤਲਬ ਤੇ ਜੇ ਮੈਂ ਸਟਾਰਟ ਕਰਾਂ ਤੇ ਆਪਣੀ ਸਟਾਰਟਿੰਗ ਥਿਉਰੀ ਦੇ ਵਿੱਚ ਤੁਸੀਂ ਲਾਈਨਾਂ ਲਿਖੋਗੇ, ਕਹਿੰਦਾ ਜੀ ਟੀ ਵਿਲ ਪਰਫਾਰਮ ਦਾ ਟੂ ਫੰਕਸ਼ਨ, ਪਾਰਟ ਆਫ ਦਾ ਟੀ tension, ठीक है जी, it will balance the mg cos theta and rest of the portion of the tension will provide the necessary centripetal force। ਆਪਾਂ ਇਹਨੂੰ ਮੈਥਮੈਟਿਕਲੀ ਲਿਖਣਾ ਤੇ ਆਪਾਂ ਇਸ ਲਾਈਨ ਨੂੰ ਇਦਾਂ ਲਿਖ ਦਿੰਨੇ, ਕਹਿੰਦਾ ਜੀ here t minus mg cos theta, t ਦੇ ਵਿੱਚੋਂ ਜਿੰਨੀ mg cos theta ਮਾਈਨਸ ਹੋ ਗਈ ਯਾਨੀ ਜਿੰਨੀ ਬਾਕੀ ਬਚੀ ਫੋਰਸ ਆ ਉਹ ਮੇਰੀ fc ਬਣ ਜਾਏਗੀ। यस सर ਹਾਂਜੀ ਸਰ ਸਰ और fc ਦੀ ਵੈਲਿਊ ਆਪਣੇ ਕੋਲ ਹੈਗੀ mv²r। ਇਹਦਾ ਮਤਲਬ ਆਪਣੇ ਕੋਲ ਇੱਕ ਇਕੁਏਸ਼ਨ ਇਤੋਂ ਜਿਹੜੀ ਟੈਂਸ਼ਨ ਲਈ ਬਣ ਗਈ ਉਹ ਆ ਗਈ mg cos θ plus mv²r। क्या आ इक्वेशन क्लियर आ? यस सर ਯੈਸ ਸਰ ठीक है, ਇਹ ਆਪਾਂ ਜਨਰਲਾਈਜ਼ ਟੈਂਸ਼ਨ ਕਿਸੇ ਵੀ ਪੁਆਇੰਟ ਤੇ ਲਿਖੀ ਆ। ਹੁਣ ਇਹਦੇ ਅਕੋਰਡਿੰਗਲੀ ਆਪਾਂ ਡਿਫਰੈਂਟ ਕੇਸ ਬਣਾਣੇ ਕਿ ਜੇ ਲੋਅਰ ਮੋਸਟ ਪੁਆਇੰਟ ਤੇ ਹੋਵਾਂ ਜੇ ਹਾਈਐਸਟ ਮੋਸਟ ਪੁਆਇੰਟ ਤੇ ਹੋਵਾਂ ਤੇ ਉਦੋਂ ਸਟ੍ਰਿੰਗ ਚ ਮੇਰੇ ਕੋਲ ਟੈਂਸ਼ਨ ਕਿੰਨੀ ਆਏਗੀ। ਹੁਣ ਸਭ ਤੋਂ ਪਹਿਲਾਂ ਇਹੀ ਲੈ ਰਹੇ, ਠੀਕ ਹੈ ਜੀ, ਟੈਂਸ਼ਨ ਦੀ ਵੈਲਿਊ ਮਿਨੀਮਮ ਕਰੋ। ਜਿਹੜੀ ਗੱਲ ਸਮਝਣ ਵਾਲੀ ਹੈ, ਥੋੜਾ ਧਿਆਨ ਨਾਲ ਸਮਝਿਓ। ਜੇ ਮੈਂ ਇੱਕ ਸਟੋਨ ਨਾਲ ਥ੍ਰੈਡ ਬਣ ਕੇ ਵਰਟੀਕਲ ਸਰਕਲ ਚ ਘੁਮਾਣਾ ਪਿਆ ਬੇਟਾ, ਠੀਕ ਹੈ, ਜੇ ਮੰਨ ਲਓ ਮੈਂ ਆਪਣੇ ਹੱਥ ਨੂੰ ਢਿੱਲਾ ਕਰ ਦਵਾਂ ਘੁਮਾਉਂਦੇ ਘੁਮਾਉਂਦੇ ਸਟੋਨ ਨੂੰ, ਕਿਆ ਸਟੋਨ ਰਿਵੋਲਵ ਕਰਦਾ ਰਹੇਗਾ? ਸਰ ਕਰਦਾ ਰਹੂਗਾ ਸਰ, ਪਰ ਉਹ ਜੋ ਜਦ ਥੱਲੇ ਜਾਊਗਾ ਤਾਂ ਉਹਦੀ ਸਪੀਡ ਜ਼ਿਆਦਾ ਹੋਊਗੀ, ਜਦੋਂ ਉੱਪਰ ਜਾਊਗਾ ਤਾਂ ਸਲੋ ਹੋਊਗੀ। ਕਿੱਦਾਂ ਕਰਦਾ ਰਹੂ? ਜਦੋਂ ਮੈਂ ਇੱਥੇ ਸਟੋਨ ਨੂੰ ਬੰਨ ਕੇ ਘੁਮਾਣਾ ਪਿਆ, ਠੀਕ ਹੈ ਜੀ, ਜੇ ਮੈਂ ਸਪੀਡ ਘਟਾਤੀ ਤੇ ਇਹਨੇ ਸਟੋਨ ਨੇ ਮੰਨ ਲਓ ਹਾਈਐਸਟ ਪੁਆਇੰਟ ਤੇ ਜਾ ਕੇ ਮੈਂ ਸਪੀਡ ਆਪਣੀ ਖਤਮ ਕਰ ਦਿੱਤੀ ਤੇ ਇੱਥੋਂ ਇਹਦੇ ਚਾਂਸਸ ਆ ਇਹਨੇ ਸਟੋਨ ਨੇ ਸਿੱਧਾ ਵਰਟੀਕਲ ਫਾਲ ਕਰ ਜਾਣਾ। ਅਸੀਂ ਕਹਿੰਦੇ ਜਦੋਂ ਤੱਕ ਤੁਹਾਡੀ ਉਹ ਰੱਸੀ ਦੇ ਵਿੱਚ ਖਿੱਚ ਵਾ, ਜੇ ਧਾਗਾ ਢਿਲਕ ਗਿਆ, ਪੰਜਾਬੀ ਸਮਝਾ ਰਿਹਾ, ਜਦੋਂ ਤੁਸੀਂ ਇਹਨੂੰ ਘੁਮਾਣੇ ਪਏ, ਜੇ ਤੁਸੀਂ ਇੱਕ ਸਪੀਡ ਮਿਨੀਮਮ ਮੇਨਟੇਨ ਨਹੀਂ ਕੀਤੀ, ਠੀਕ ਹੈ ਜੀ, ਤੇ ਇਹ ਬਾਡੀ ਮੇਰੀ ਨਹੀਂ ਮੂਵ ਕਰਨੀ। ਸਟ੍ਰਿੰਗ ਜਿਹੜੀ ਹੈਗੀ ਆ, ਰੱਸੀ ਜਿਹੜੀ ਹੈਗੀ ਉਹ ਸਲੈਕ ਕਰ ਗਈ, ਢਿੱਲੀ ਪੈ ਗਈ, ਤੇ ਜੇ ਉਹ ਰੱਸੀ ਕਿਸੇ ਪੁਆਇੰਟ ਤੇ ਢਿੱਲੀ ਪੈ ਗਈ ਹੱਥ ਨੂੰ ਘੁਮਾਉਂਦੇ ਹੋਏ, ਠੀਕ ਹੈ ਜੀ, ਤੇ ਸਟੋਨ ਜਿਹੜਾ ਵਾ ਉਹ ਵਰਟੀਕਲ ਸਰਕਲ ਚ ਨਹੀਂ ਮੂਵ ਕਰੇਗਾ। ਤੇ ਠੀਕ ਆ, ਸਟੋਨ ਮੇਰਾ ਵਰਟੀਕਲ ਸਰਕਲ ਚ ਨਹੀਂ ਮੂਵ ਕਰੇਗਾ ਤੇ ਉਹ ਉਸ ਪੋਜੀਸ਼ਨ ਤੋਂ ਡਾਊਨਵਰਡ ਫਾਲ ਕਰ ਜਾਏਗਾ। ਸੋ ਇੱਕ ਕੰਡੀਸ਼ਨ ਹੈਗੀ ਆ ਜੋ ਬੋਲਦਾ ਪਿਆ, ਗੱਲ ਨੂੰ ਧਿਆਨ ਨਾਲ ਸਮਝਿਓ ਕਿ ਸਟ੍ਰਿੰਗ ਦੇ ਅੰਦਰ ਇੱਕ ਮਿਨੀਮਮ ਟੈਂਸ਼ਨ ਬਣੀ ਰਹਿਣੀ ਚਾਹੀਦੀ ਆ, ਠੀਕ ਹੈ, ਤਾਂ ਸਟੋਨ ਜਿਹੜਾ ਵਰਟੀਕਲ ਸਰਕਲ ਚ ਰਿਵੋਲਵ ਕਰ ਸਕਦਾ ਬੇਟਾ। ਅਦਰਵਾਈਜ਼ ਜਦੋਂ ਤੁਹਾਡੇ ਕੋਲ ਐਸਾ ਤੁਸੀਂ ਹੱਥ ਨੂੰ ਥੋੜਾ ਜਿਹਾ ਢਿੱਲਾ ਕਰ ਦਿੱਤਾ ਤੇ ਸਟ੍ਰਿੰਗ ਸਲੈਕ ਕਰ ਜਾਏਗੀ ਤੇ ਸਟ੍ਰਿੰਗ ਸਲੈਕ ਕਰਕੇ ਸਟੋਨ ਵਰਟੀਕਲ ਆਪਣੇ ਕੋਲ ਜਿਹੜਾ ਫਾਲ ਕਰ ਜਾਂਦਾ। ਕਿਆ ਇੰਨੀ ਗੱਲ ਸਮਝ ਲੱਗੀ? यस सर Yes, sir. ਚਲ ਯੈਸ ਸਰ ਉਹੀ ਕੰਡੀਸ਼ਨ ਇੱਥੇ ਲੈ ਕੇ ਚੱਲਣ ਲੱਗੇ ਕਿ ਵੀ ਟੈਂਸ਼ਨ ਦੀ ਵੈਲਿਊ ਕਿੱਥੇ ਡਿਪੈਂਡੈਂਟ ਆ। ਕਹਿੰਦਾ m ਜਿਹੜਾ ਪਾਰਟੀਕਲ ਦਾ ਮਾਸ ਉਹ ਕਾਂਸਟੈਂਟ ਆ, ਠੀਕ ਹੈ ਜੀ, ਇਧਰੋਂ ਥੀਟਾ ਜਿਹੜਾ ਉਹ ਮੇਰਾ ਵੇਰੀਏਬਲ ਆ, ਤੇ ਜੇ ਟੈਂਸ਼ਨ ਦੀ ਵੈਲਿਊ ਆਪਾਂ ਮਿਨੀਮਮ ਕੱਢਣੀ ਆ ਤੇ ਨਾਲ cos ਥੀਟਾ ਵੀ ਮਿਨੀਮਮ ਹੋ।
ਤੇ ਪੁੱਤ cos ਦੀ ਵੈਲਿਊ ਵੇਰੀ ਕਰਦੀ ਆ -1 ਤੋਂ ਲੈ ਕੇ +1। cos 0 ਡਿਗਰੀ 1 ਹੁੰਦਾ ਤੇ cos 180 ਡਿਗਰੀ -1 ਹੁੰਦਾ। ਇਹਨਾਂ ਕਲੀਅਰ ਹੈ ਪਹਿਲੋ? yes sir, ਚਲ ਇੱਥੇ ਲਿਖ ਰਿਹਾ now t equal to t minimum, ਟੈਂਸ਼ਨ ਦੀ ਵੈਲਿਊ ਮਿਨੀਮਮ ਹੋਏਗੀ ਕਦੋਂ? if cos theta equal to -1, ਜੇ cos theta ਦੀ ਵੈਲਿਊ ਮਿਨੀਮਮ ਆ ਜੇ ਤੇ ਟੈਂਸ਼ਨ ਵੀ ਮਿਨੀਮਮ ਹੋ ਜਾਏਗੀ। cos theta ਦੀ ਵੈਲਿਊ -1 ਆ ਚੀਜ਼ ਦੱਸੀ ਸੀ। cos 0 ਡਿਗਰੀ ਕਿੰਨਾ ਹੁੰਦਾ ਜੀ? sir 1 +1 ਤੇ cos ਦੀ ਵੈਲਿਊ -1 ਕਦੋਂ ਆਈ? 180 degree, 180 ਡਿਗਰੀ। ਇਹਦਾ ਮਤਲਬ ਇਹ ਹੋ ਗਿਆ if cos theta equal to -1 therefore theta ਦੀ ਵੈਲਿਊ 180 ਡਿਗਰੀ। ਹੁਣ ਆ ਜਾਓ ਇਸ ਫਿਗਰ 'ਚ, ਇਸ ਮੂਮੈਂਟ ਤੇ ਜਦੋਂ ਸਟੋਨ ਇਨੀਸ਼ੀਅਲੀ L ਪੁਆਇੰਟ ਤੇ ਸੀਗਾ, ਇੱਥੋਂ ਉਹਨੇ 180 ਜਦੋਂ ਐਂਗਲ ਬਣਾਇਆ ਤੇ ਇਹਦਾ ਮਤਲਬ ਸਟੋਨ ਸ਼ੁੱਡ ਰੀਚ ਐਟ ਦਾ ਹਾਈਐਸਟ ਪੁਆਇੰਟ। yes sir, ਉੱਤੇ ਕਿਹਾ ਸਾਰਿਆਂ ਨੂੰ ਗੱਲ ਸਮਝ ਲੱਗਦੀ ਪਈ? ਉਹ Yes. ਨਲਕੋ ਰਿਸਪੌਂਡ ਨਹੀਂ ਕਰਦੇ ਪਏ। ਆ ਗੱਲ ਸਮਝ ਲੱਗਦੀ ਪਈ ਜੋ ਦੱਸ ਰਿਹਾ? yes sir, ਦੁਬਾਰਾ ਪੁੱਤ ਇਹ ਦੱਸਿਆ ਮੈਂ ਕਿ ਜਦੋਂ ਟੈਂਸ਼ਨ ਦੀ ਵੈਲਿਊ ਮਿਨੀਮਮ ਆਣੀ ਆ, ਉਹ ਮਿਨੀਮਮ ਉਦੋਂ ਆਏਗੀ ਜਦੋਂ cos θ ਦੀ ਵੈਲਿਊ -1 ਆਵੇ, ਕਿਉਂਕਿ cos ਦੀ ਮਿਨੀਮਮ ਵੈਲਿਊ -1 ਆ ਤੇ ਇਹਦੀ ਵੈਲਿਊ -1 ਉਦੋਂ ਆਏਗੀ ਜੇ θ 180 ਡਿਗਰੀ। θ 180 ਦਾ ਮਤਲਬ ਆ ਲਾਈਨ ਨੇ ਐਂਗਲ ਬਣਾਇਆ ਸੀ ਤੇ ਇਹ ਲਾਈਨ ਐਸ ਸੱਚ ਆਪਣੇ ਇਸ L ਪੁਆਇੰਟ ਦੇ ਨਾਲ ਐਂਗਲ 180 ਬਣਾਵੇ। ਉਹ ਕਹਿੰਦਾ ਜੀ ਉਦੋਂ ਪੋਸੀਬਲ ਆ ਜੇ ਬਾਡੀ ਘੁੰਮ ਕੇ ਮੇਰੇ ਕੋਲ ਹਾਈਐਸਟ ਪੁਆਇੰਟ ਤੇ ਚੱਲ ਜੂ, ਹੈਨਾ। ਯਾਨੀ L ਤੋਂ ਅਸੀਂ ਜਦੋਂ H ਤੇ ਪਹੁੰਚ ਗਏ ਤੇ ਉਦੋਂ ਮੇਰਾ ਐਂਗਲ ਕਵਰ ਜਿਹੜਾ ਵਾ ਉਹ 180 ਹੋ ਜੂ। Yes. yes sir, ਸੋ ਉਹ ਕੰਡੀਸ਼ਨ ਇੱਥੇ ਲਿਖ ਰਿਹਾ, ਇਟ ਮੀਨਸ ਜਦੋਂ θ 180 ਆ ਤੇ therefore ਠੀਕ ਹੈ ਜੀ we are on the, ਠੀਕ ਹੈ, then ਇਹਦਾ ਲਿਖ ਦੋ then stone, then therefore stone will be at highest position, ਯਾਨੀ ਉਦੋਂ ਸਟੋਨ ਮੇਰਾ ਹਾਈਐਸਟ ਪੋਜੀਸ਼ਨ ਦੇ ਉੱਤੇ ਕਹਿੰਦਾ ਜੀ ਪਹੁੰਚਿਆ ਹੋਏਗਾ। therefore ਇਸ ਲਾਈਨ ਨੂੰ ਮੈਥਮੈਟਿਕਲੀ ਇਹਦਾ ਲਿਖ ਦਾਂਗੇ ਟੈਂਸ਼ਨ ਦੀ ਵੈਲਿਊ ਮਿਨੀਮਮ, ਟੈਂਸ਼ਨ ਦੀ ਵੈਲਿਊ ਮਿਨੀਮਮ ਔਰ ਇਹ ਵੈਲਿਊ ਮਿਨੀਮਮ ਆਈ ਹਾਈਐਸਟ ਪੁਆਇੰਟ ਤੇ, ਯਾਨੀ ਮਿਨੀਮਮ ਟੈਂਸ਼ਨ ਨੂੰ ਅਸੀਂ TH ਲਿਖ ਦਿੰਦੇ ਹਾਂ ਔਰ ਇਹਦੀ ਵੈਲਿਊ ਜਦੋਂ TH ਬਣੀ ਤੇ cos θ ਦੀ ਵੈਲਿਊ ਉਦੋਂ -1 ਆ, ਯਾਨੀ mg into -1 plus m/r into vh square। ਆਪਾਂ ਇੱਕ h ਪੁਆਇੰਟ ਇੰਟਰੋਡਿਊਸ ਕਰ ਦਿੱਤਾ, ਠੀਕ ਹੈ, ਕਿ ਜਦੋਂ ਟੈਂਸ਼ਨ ਦੀ ਵੈਲਿਊ ਮਿਨੀਮਮ ਆਏਗੀ ਤੇ ਮਿਨੀਮਮ ਟੈਂਸ਼ਨ ਹਾਈਐਸਟ ਪੁਆਇੰਟ ਤੇ ਆ ਤੇ t min ਨੂੰ ਆਪਾਂ th ਮੰਨ ਲਾਂਗੇ, ਉਦੋਂ cos θ ਦੀ ਵੈਲਿਊ -1 ਹੋਗੀ ਔਰ ਪਾਰਟੀਕਲ ਹਾਈਐਸਟ ਪੁਆਇੰਟ ਤੇ ਪਹੁੰਚ ਗਿਆ। ਤੇ ਜਦੋਂ ਪਾਰਟੀਕਲ ਹਾਈਐਸਟ ਪੁਆਇੰਟ ਤੇ ਹੋਏਗਾ ਤੇ ਉੱਥੇ ਉਹਦੀ ਵੈਲੋਸਿਟੀ ਨੂੰ ਅਸੀਂ vh ਸਿੰਬਲ ਦੇ ਲਿਆ। ਕਿਆ ਇੰਨੀ ਗੱਲ ਕਲੀਅਰ ਆ? yes sir, yes sir, therefore ਆਪਣੀ ਹਾਈਐਸਟ ਪੁਆਇੰਟ ਤੇ ਟੈਂਸ਼ਨ ਦੀ ਇਕੁਏਸ਼ਨ ਬਣ ਗਈ mv²/r mg। ਇਹਨਾਂ ਕਲੀਅਰ? yes sir, ਚਲੋ ਲਾਸਟ ਲਾਈਨ ਨੂੰ ਧਿਆਨ ਨਾਲ ਸਮਝਿਓ, ਇਹ ਟੌਪਿਕ ਨਹੀਂ ਖਤਮ, ਉਹਦਾ ਇੱਕ ਪਾਰਟ ਕੰਪਲੀਟ ਹੋਣ ਲੱਗਿਆ ਪਹਿਲਾਂ। ਹੁਣ ਜਦੋਂ ਹਾਈਐਸਟ ਪੁਆਇੰਟ ਤੇ ਆਪਾਂ ਆਵਾਂਗੇ, ਠੀਕ ਹੈ, ਇਹਦਾ ਮਤਲਬ ਮੇਰੇ ਕੋਲ ਪਾਰਟੀਕਲ ਇੱਥੋਂ ਘੁੰਮਦਾ ਘੁੰਮਦਾ ਹਾਈਐਸਟ ਪੁਆਇੰਟ ਤੇ ਪਹੁੰਚ ਗਿਆ। ਉਹ ਕਹਿੰਦਾ ਪੁੱਤ ਜਦੋਂ ਹਾਈਐਸਟ ਪੁਆਇੰਟ ਤੇ ਹੋਵਾਂਗੇ ਕਿਆ ਸਟ੍ਰਿੰਗ ਦੇ ਅੰਦਰ ਟੈਂਸ਼ਨ ਮੇਰੀ 0 ਹੋ ਜੂ? ਜਿਹਨੂੰ ਆਪਾਂ ਕਿਹਾ ਕਿ ਟੈਂਸ਼ਨ ਦੀ ਵੈਲਿਊ ਹਾਈਐਸਟ ਪੁਆਇੰਟ ਤੇ ਮਿਨੀਮਮ ਆ, ਪਰ ਕਿਆ ਇਹ ਮਿਨੀਮਮ ਵੈਲਿਊ ਨੂੰ ਅਸੀਂ 0 ਮੰਨੀਏ? no sir, no sir, ਗੱਲ ਸਮਝਣ ਵਾਲੀ ਆ, ਫਿਰ ਰਿਪੀਟ ਕਰ ਰਿਹਾ। ਜਦੋਂ ਮੈਂ ਸਟੋਨ ਨੂੰ ਘੁਮਾਉਣਾ ਪਿਆ, ਘੁਮਾਉਂਦੇ ਘੁਮਾਉਂਦੇ ਸਟੋਨ ਹਾਈਐਸਟ ਪੁਆਇੰਟ ਤੇ ਪਹੁੰਚ ਗਿਆ ਤੇ ਜਿਹੜੀ ਆ ਸਟ੍ਰਿੰਗ ਦੇ ਵਿੱਚ ਟੈਂਸ਼ਨ ਆ ਉਹ ਕਹਿੰਦਾ ਜੀ ਕਿ 0 ਹੋ ਜਾਵੇ, ਅਈ ਕਹਿੰਦਾ 0 ਨਹੀਂ ਹੋਏਗੀ। numerical condition ਦੇ ਅੰਦਰ ਅਸੀਂ ਉਹਨੂੰ 0 ਮੰਨਾਂਗੇ, otherwise that tension should be greater than 0। ਜੇ ਉਹ ਮਿਨੀਮਮ ਟੈਂਸ਼ਨ greater than 0 ਨਹੀਂ ਹੋਏਗੀ ਤੇ ਸਟ੍ਰਿੰਗ ਮੇਰੀ ਜਿਹੜੀ ਆ ਉਹ ਸਲੈਕ ਕਰ ਜਾਏਗੀ, ਢਿੱਲੀ ਪੈ ਜਾਏਗੀ ਤੇ ਬਾਡੀ ਇਸ ਵਰਟੀਕਲ ਸਰਕਲ ਦੇ ਹਾਈਐਸਟ ਪੁਆਇੰਟ ਤੋਂ ਸਿੱਧਾ ਥੱਲੇ ਨੂੰ ਫਾਲ ਕਰ ਜਾਏਗਾ। ਇਹਨੀ ਗੱਲ ਸਮਝ ਲੱਗਦੀ ਪਈ? yes sir,
ठीक है इस लाइन ਨੂੰ ਆਪਾਂ ਇਦਾਂ ਲਿਖ ਦਿੰਦੇ ਹਾਂ for looping the vertical loop for looping the vertical circle t minimum it should be greater than 0 ਪਰ numerical ਦੇ ਵਿੱਚ ਜਾ ਕੇ ਕਿਉਂਕਿ ਅਸੀਂ greater ਔਰ lesser ਦੇ ਸਾਈਨ ਘੱਟ ਯੂਜ਼ ਕਰਦੇ ਇਕੁਐਲਿਟੀ ਮੇਨ ਆ ਇਸ ਲਈ ਅਸੀਂ ਇੱਥੇ ਨਾਲ ਸਾਈਨ ਜਿਹੜਾ ਉਹ ਆ ਪਾ ਦਾਂਗੇ ਕਿ minimum tension at a highest point is greater than or equal to 0 therefore ठीक है ਇੱਥੇ ਬੇਸ਼ੱਕ ਲਿਖ ਦੋ otherwise string will slack ਜੇ ਇਦਾਂ ਨਹੀਂ ਕਰਦੇ ਤੇ ਤੁਹਾਡੀ ਸਟ੍ਰਿੰਗ ਜਿਹੜੀ ਉਹ ਸਲੈਕ ਕਰ ਜਾਏਗੀ ਢਿੱਲੀ ਪੈ ਜਾਏਗੀ therefore ਆਹੀ ਚੀਜ਼ ਦੀ ਕੰਡੀਸ਼ਨ ਇੱਥੇ ਅਪਲਾਈ ਕਰ ਦੋ therefore mv square by r minus mg it should be greater than or equal to 0 ਤੇ ਜੇ ਇਹਨੂੰ ਸੋਲਵ ਕਰਾਂ ਬੇਟਾ ਤੇ ਆਪਣੇ ਕੋਲ ਆ ਜਾਏਗਾ mv square by r ठीक है greater than or equal to mg उधर ले आ जाओ greater than or equal to mg m cancel हो जाएगा therefore velocity at a highest point vh square should be greater than or equal to rg which implies the highest point ਤੇ ਜਿਹੜੀ velocity ਆ ਉਹ root rg ਤੋਂ greater or minimum ਉਹਦੇ equal ਜ਼ਰੂਰ ਹੋਵੇ ਹੁਣ ਇੱਥੇ ਇੱਕ ਆਪਾਂ ਕੰਡੀਸ਼ਨ ਕੀ ਬਣਾਉਣ ਲੱਗੇ ਆ ਜਦੋਂ ਬਾਡੀ ਮੇਰੇ ਵਰਟੀਕਲ ਸਰਕਲ ਚ ਘੁਮਾਣੀ ਆ ਉਹ ਤੇ ਲਾਈਨ ਸਮਝੋ ਤੇ ਆਣਾ ਜੇ ਮੈਂ ਬਾਡੀ ਨੂੰ ਸਟ੍ਰੇਟ ਵੇ ਹਾਈਐਸਟ ਪੁਆਇੰਟ ਤੇ ਸੁੱਟਾਂ ਤੇ ਹਾਈਐਸਟ ਪੁਆਇੰਟ ਤੇ ਉਹਦੀ ਵੈਲੋਸਿਟੀ ਕਿੰਨੀ ਹੁੰਦੀ 0 ਹੋਏਗੀ ਪਰ ਜੇ ਉਹੀ ਬਾਡੀ ਵਰਟੀਕਲ ਸਰਕਲ ਚ ਘੁਮਾਉਂਦੇ ਘੁਮਾਉਂਦੇ ਹਾਈਐਸਟ ਪੁਆਇੰਟ ਤੇ ਗਈ ਆ ਤੇ ਹਾਈਐਸਟ ਪੁਆਇੰਟ ਤੇ ਉਹਦੀ ਵੈਲੋਸਿਟੀ 0 ਨਹੀਂ ਹੋਣੀ ਜੇ ਹਾਈਐਸਟ ਪੁਆਇੰਟ ਤੇ ਉਹਦੀ ਵੈਲੋਸਿਟੀ 0 ਹੋ ਗਈ ਤੇ ਬਾਡੀ ਇਸੇ ਪੁਆਇੰਟ ਤੋਂ ਸਿੱਧੀ ਥੱਲੇ ਡਿੱਗਣੀ ਹੈ ਪਰ ਅਸੀਂ ਕਹਿੰਦੇ ਬਾਡੀ ਵਰਟੀਕਲ ਲੂਪਿੰਗ ਕਰੇਗੀ ਇਹਦਾ ਮਤਲਬ ਆ ਹਾਈਐਸਟ ਪੁਆਇੰਟ ਤੇ ਉਹਦੀ ਵੈਲੋਸਿਟੀ ਮਿਨੀਮਮ ਤੇ ਹੈਗੀ ਆ ਬਟ ਇਟ ਨੈਵਰ ਇਕੁਅਲ ਟੂ 0 ਉਹ ਕਹਿੰਦਾ ਜੀ ਹਾਈਐਸਟ ਪੁਆਇੰਟ ਤੇ ਕਿੰਨੀ ਹੋਣੀ ਚਾਹੀਦੀ ਵੈਲੋਸਿਟੀ ਤੁਸੀਂ ਕਿਹਾ ਮਿਨੀਮਮ ਰੂਟ rg ਦੇ ਇਕੁਅਲ ਹੋਵੇ ਅਦਰਵਾਈਜ਼ ਹਾਈਐਸਟ ਪੁਆਇੰਟ ਤੇ ਵੈਲੋਸਿਟੀ ਸ਼ੁੱਡ ਬੀ ਗ੍ਰੇਟਰ ਦੈਨ ਰੂਟ rg ਕਿਆ ਇੰਨੀ ਗੱਲ ਕਲੀਅਰ ਆ Yes, sir. yes sir ਢਿੱਲੇ ਪੈ ਗਏ ਹੋ ਇੰਨਾ ਸਮੇਂ ਲੱਗਦਾ ਪਿਆ सर वहाँ पे आपने t आ गया minimum इधर आ गया क्लियर सर t minimum आपने equal to 0 भी लिखे साथ में ਉਹ ਸਿਰਫ ਨੂਮੈਰੀਕਲ ਚ ਆਪਾਂ ਜਦੋਂ ਨੂਮੈਰੀਕਲ ਚ ਕਰਦੇ ਉੱਥੇ ਇਕੁਐਲਿਟੀ ਦਾ ਸਾਈਨ ਮੇਨ ਯੂਜ਼ ਹੋਇਆ ਹੁੰਦਾ ਇਸ ਕਰਕੇ ਉਹਨੂੰ ਆਪਾਂ ਸਾਈਨ ਨੂੰ ਜਿਹੜਾ ਇਕੁਅਲ ਟੂ ਦਾ ਸਾਈਨ ਲਗਾਇਆ ਕਲੀਅਰ ਹੈ ਸਾਰਿਆਂ ਨੂੰ ਇੰਨਾ ਟੌਪਿਕ yes sir हाँ जी सर ਓਕੇ ਬੇਟਾ ਇੱਥੇ ਰੋਕ ਰਹੇ ਹਾਂ थैंक यू सर thank you sir Thank you, sir.